ਡਾਕਟਰ ਦਲੀਪ ਕੌਰ ਟਿਵਾਣਾ ਦਾ ਨਾਵਲ ਹੈ ਲੰਮੀ ਉਡਾਰੀ। ਪੰਜਵਾਂ ਅੰਗ। ਡਾਰਚੈਸਟਰ ਤੋਂ ਗੁਰਮੁਖ ਸਿੰਘ ਹੋਰਾਂ ਦਾ ਫੋਨ ਆਇਆ ਕਿ ਤੁਸੀਂ ਸਾਡੇ ਕੋਲ ਜ਼ਰੂਰ ਆਇਓ। ਮਿਸਿਜ਼ ਵਾਲੀਆ ਨੇ ਸਾਰਿਆਂ ਵੱਲ ਝਾਕ ਕੇ ਕਿਹਾ, ਚਲੋ ਚੱਲਦੇ ਹਾਂ ਫਿਰ, ਨਾਲੇ ਭੈਣ ਜੀ ਦੀ ਸੈਰ ਹੋ ਜਾਊ। ਹਰਚੰਦ ਬੋਲਿਆ, ਇਉਂ ਕਰਾਂਗੇ, ਸਾਰੇ ਹੀ ਚੱਲਦੇ ਹਾਂ, ਕੈਰਾਵਾਨ ਲੈ ਲਾਂਗੇ ਅਤੇ ਚਾਹ ਚੂਹ ਦਾ ਸਮਾਨ ਵਿੱਚ ਰੱਖ ਲਾਂਗੇ। ਮਿਸਿਜ਼ ਵਾਲੀਆ ਨੇ ਹਮੇਸ਼ਾ ਵਾਂਗ ਸਿਆਣੀ ਗੱਲ ਕੀਤੀ। ਕਿੱਡੀ ਕੁ ਦੂਰ ਹੈ? ਮੈਂ ਪੁੱਛਿਆ, ਕਿਉਂਕਿ ਮੈਨੂੰ ਪਤਾ ਸੀ ਕਿ 150 ਮੀਲ ਜਾਣਾ ਹੋਵੇ ਤਾਂ ਇਹ ਲੋਕ ਚਾਹ ਰੋਟੀ ਦੀਆਂ ਇਉਂ ਗੱਲਾਂ ਨਹੀਂ ਸੀ ਕਰਦੇ। ਬਸ ਲੰਡਨ ਕੁ ਜਿੰਨੀ ਦੂਰ ਹੈ, 400-450 ਮੀਲ। ਮਿਸਟਰ ਵਾਲੀਆ ਹੋਰਾਂ ਨੇ ਸ਼ੀਸ਼ੇ 'ਚੋਂ ਬਾਹਰ ਆਪਣੀ ਕੈਂਟੀਨਾ ਕਾਰ ਵੱਲ ਝਾਕ ਕੇ ਕਿਹਾ, ਹਾਂ ਇੰਨੀ ਦੂਰ? ਇਹ ਤਾਂ ਇਉਂ ਹੋਇਆ ਜਿਵੇਂ ਕੋਈ ਪਟਿਆਲੇ ਤੋਂ ਦਿੱਲੀ 3 ਵਾਰੀ ਜਾਵੇ ਇੱਕੋ ਦਿਨ 'ਚ। ਨਾ ਬਾਬਾ ਨਾ, ਇੰਨਾ ਲੰਮਾ ਸਫ਼ਰ ਮੈਨੂੰ ਨਹੀਂ ਸੁੱਖ ਆਉਂਦਾ, ਅਤੇ ਉਹ ਵੀ ਸਿਰਫ ਸੈਰ ਕਰਨ ਲਈ। ਮੈਂ ਕੰਨਾਂ ਨੂੰ ਹੱਥ ਲਾਏ। ਪਰ ਭੈਣ ਜੀ, ਇੱਥੋਂ ਦਾ ਸਫ਼ਰ ਉੱਥੇ ਵਰਗਾ ਨਹੀਂ ਹੁੰਦਾ। ਉੱਥੇ ਤੇ ਪਟਿਆਲੇ ਤੋਂ ਚੰਡੀਗੜ੍ਹ ਪਹੁੰਚਦਿਆਂ ਬੱਸ 2 ਘੰਟੇ ਲਾ ਦਿੰਦੀ ਹੈ, ਅਤੇ ਇੱਥੇ ਆਪਾਂ ਉਸ ਦਿਨ ਲੰਡਨ ਅਤੇ ਗਲਾਸਗੋ 7 ਘੰਟਿਆਂ 'ਚ ਆ ਗਏ ਸੀ, ਅਤੇ ਨਾਲੇ ਰੁਕੇ ਵੀ ਸੀ ਰਾਹ 'ਚ। ਹਰਚੰਦ ਨੇ ਦੱਸਿਆ। ਸਿਰਫ ਸੈਰ ਕਰਨ ਲਈ ਐਡੀ ਦੂਰ ਜਾਣਾ? ਮੈਂ ਅਣਮੰਨੇ ਮਨ ਨਾਲ ਪੁੱਛਿਆ। ਵਾਹ ਭੈਣ ਜੀ, ਕਮਾਲ ਹੈ। ਇੱਥੇ ਮੇਰੀ ਇੱਕ ਸਕਾਟਿਸ਼ ਔਰਤ ਵਾਕਫ ਹੈ, ਕਾਫੀ ਬੁੱਢੀ ਹੈ, ਸਾਲ ਭਰ ਤੋਂ ਪੈਸੇ ਜੋੜ ਰਹੀ ਹੈ ਵੀ ਐਤਕੀ ਛੁੱਟੀਆਂ 'ਚ ਕੈਨੇਡਾ ਜਾ ਸਕੇ। ਇੱਥੋਂ ਦੇ ਲੋਕ ਉਂਝ ਤਾਂ ਕਿਤੇ ਜਾਂਦੇ ਹੀ ਨਹੀਂ, ਬਸ ਸੈਰ ਨੂੰ ਹੀ ਜਾਂਦੇ ਨੇ, ਅਤੇ ਸਾਡੇ ਲੋਕਾਂ ਵਾਂਗ ਥੋੜ੍ਹਾ ਨੇ ਵੀ ਜਦੋਂ ਜੀ ਕੀਤਾ ਰਿਸ਼ਤੇਦਾਰਾਂ ਨੂੰ ਮਿਲਣ ਚਲੇ ਗਏ। ਇੱਥੇ ਇਉਂ ਕੋਈ ਕਿਸੇ ਦਾ 1 ਘੰਟਾ ਵੀ ਨਹੀਂ ਵੇਸਟ ਕਰਦਾ, ਨੀਰਜਾ ਨੇ ਦੱਸਿਆ। ਪਰ ਮੈਂ ਤੁਹਾਡਾ ਮਹੀਨਾ ਵੇਸਟ ਕਰ ਜਾਣਾ, ਮੈਂ ਹੱਸ ਕੇ ਕਿਹਾ। ਤੁਸੀਂ ਸਾਡੇ ਸਿਰਫ ਰਿਸ਼ਤੇਦਾਰ ਹੀ ਥੋੜ੍ਹਾ ਹੋ ਭੈਣ ਜੀ। ਭੈਣ ਜੀ ਵੀ ਹੋ, ਨਾਲੇ ਲੇਖਕਾ ਭੈਣ ਜੀ, ਹਰਚੰਦ ਨੇ ਆਖਿਆ। ਇੱਕ ਗੱਲ ਹੋਰ ਵੀ ਹੈ, ਡਾਰਚੈਸਟਰ ਹਾਰਡੀ ਦਾ ਪਿੰਡ ਵੀ ਹੈ, ਹੁਣ ਤਾਂ ਭਾਵੇਂ ਸ਼ਹਿਰ ਬਣ ਗਿਆ ਹੋਇਆ। ਹਾਰਡੀ ਦਾ ਪਿੰਡ? ਕਮਾਲ ਹੈ, ਫਿਰ ਚੱਲਾਂਗੇ, ਮੈਂ ਇੱਕਦਮ ਖੁਸ਼ ਹੋ ਕੇ ਕਿਹਾ। ਸ਼ੁੱਕਰਵਾਰ ਨੂੰ 1 ਵਜੇ ਦੁਪਹਿਰੇ ਅਸੀਂ ਤੁਰੇ। 3 ਜੀ ਵਾਲੀਆਂ ਹੋਰਾਂ ਦੇ ਅਤੇ 6 ਸਾਡੇ। ਕੈਰਾਵਾਨ ਜਿਵੇਂ ਇੱਕ ਘਰ ਦਾ ਘਰ ਤੁਰਿਆ ਜਾ ਰਿਹਾ ਸੀ। ਰਾਹ 'ਚ ਸਾਨੂੰ ਸੱਚੀ ਦਾ ਘਰ ਤੁਰਿਆ ਜਾਂਦਾ ਵੀ ਮਿਲਿਆ। ਚੰਗਾ ਨਿਖਰਿਆ ਦਿਨ ਸੀ, ਅਤੇ ਧੁੱਪ ਵਾਲਾ ਦਿਨ ਇੱਥੇ ਖੂਬਸੂਰਤ ਦਿਨ ਸਮਝਿਆ ਜਾਂਦਾ ਹੈ। ਪੰਜਾਬੀ ਲੋਕ ਗੀਤ ਅਤੇ ਸ਼ਿਵ ਕੁਮਾਰ ਦੀਆਂ ਗਜ਼ਲਾਂ ਵਾਲਾ ਟੇਪ ਸੁਣਦਾ ਹਰਚੰਦ ਬੜੀ ਸਫਾਈ ਨਾਲ ਗੱਡੀ ਚਲਾ ਰਿਹਾ ਸੀ। ਦੇਖਿਓ ਨੀਰਜਾ, ਪਿੱਛੇ ਪੁਲਿਸ ਤਾਂ ਨਹੀਂ? ਮਗਰ ਆਉਂਦੀ ਇੱਕ ਚਿੱਟੀ ਕਾਰ ਤੱਕ ਕੇ ਉਹ ਬੋਲਿਆ। ਨਹੀਂ, ਇਹ ਤਾਂ ਕੋਈ ਹੋਰ ਹੈ, ਨੀਰਜਾ ਨੇ ਪਿੱਛੇ ਝਾਕ ਕੇ ਕਿਹਾ। ਸਪੀਡ 70 ਤੋਂ ਜ਼ਿਆਦਾ ਹੋਵੇ, ਫੱਟ ਪੁਲਿਸ ਮਗਰ ਲੱਗ ਜਾਂਦੀ ਹੈ। ਕਈ ਥਾਂ ਸੜਕ 'ਤੇ ਰੇਡਾਰ ਲੱਗੇ ਹੁੰਦੇ ਨੇ, ਅਤੇ ਪੁਲਿਸ ਦੇਖ ਕੇ ਕਿ ਤੁਸੀਂ ਤੇਜ਼ ਜਾ ਰਹੇ ਹੋ ਝੱਟ ਆ ਕੇ ਫੜ ਲੈਂਦੀ ਹੈ, ਨੀਰਜਾ ਦੱਸ ਰਹੀ ਸੀ। ਇਹਦਾ ਮਤਲਬ ਪੁਲਿਸ ਤੁਹਾਡਾ ਬੜਾ ਖਿਆਲ ਰੱਖਦੀ ਹੈ, ਮੈਂ ਹੱਸ ਕੇ ਕਿਹਾ। ਹਾਂ, ਪਰ ਇਹ ਪੁਲਿਸ ਸਾਡੀ ਪੁਲਿਸ ਵਰਗੀ ਨਹੀਂ। ਅਮਰੀਕਾ 'ਚ ਇੱਕ ਵਾਰੀ ਮੈਂ 80 ਮੀਲ 'ਤੇ ਜਾ ਰਿਹਾ ਸੀ, ਪੁਲਿਸ ਨੇ ਆ ਕੇ ਘੇਰਿਆ। ਮੈਂ ਦੱਸਿਆ, ਮੇਰਾ ਦੋਸਤ ਹਸਪਤਾਲ 'ਚ ਬੜਾ ਬਿਮਾਰ ਹੈ, ਮੈਂ ਸਟਾਕਟਨ ਛੇਤੀ ਪਹੁੰਚਣਾ। ਪੁਲਿਸੀਏ ਨੇ ਉਸੇ ਵੇਲੇ ਵਾਇਰਲੈਸ ਰਾਹੀਂ ਹਸਪਤਾਲ ਤੋਂ ਪਤਾ ਕੀਤਾ। ਉਹਨਾਂ ਦੱਸਿਆ ਕਿ ਠੀਕ ਹੈ, ਉਹ ਬੰਦਾ ਬਹੁਤ ਸਖਤ ਬਿਮਾਰ ਹੈ। ਤੇਰੀ ਗੱਡੀ ਕਿੰਨੇ 'ਤੇ ਜਾ ਸਕਦੀ ਹੈ? ਪੁਲਿਸੀਏ ਨੇ ਪੁੱਛਿਆ। 100 ਮੀਲ ਘੰਟਾ ਤੱਕ, ਮੈਂ ਦੱਸਿਆ। ਉਹਨੇ ਆਪਣੀ ਕਾਰ ਅੱਗੇ ਲਾ ਲਈ। ਸਾਇਰਨ ਦੇ ਕੇ ਰਸਤਾ ਖਾਲੀ ਕਰਦਾ ਗਿਆ, ਅਤੇ ਮੈਂ 2 ਘੰਟੇ 'ਚ 250 ਮੀਲ ਦੂਰ ਸਟਾਕਟਨ ਪਹੁੰਚ ਗਿਆ। ਇਉਂ ਉਸ ਦਿਨ ਉਹ ਮੈਨੂੰ ਹਸਪਤਾਲ ਛੱਡ ਕੇ ਗਿਆ, ਹਰਚੰਦ ਨੇ ਦੱਸਿਆ। ਮੈਂ ਭੈਣ ਜੀ ਇੱਕ ਵਾਰੀ ਇੰਟਰਵਿਊ 'ਤੇ ਜਾ ਰਹੀ ਸੀ, ਰਾਹ ਭੁੱਲ ਗਈ, ਅਤੇ ਜਦੋਂ ਇੰਟਰਵਿਊ 'ਚ ਸਿਰਫ 10 ਮਿੰਟ ਰਹਿ ਗਏ, ਮੈਂ ਹਾਰ ਕੇ ਇੱਕ ਸਿਪਾਹੀ ਨੂੰ ਕਿਹਾ ਕਿ ਮੈਂ ਰਾਹ ਭੁੱਲ ਗਈ ਹਾਂ। ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਮੈਨੂੰ ਬਹੁਤੀ ਸਮਝ ਨਾ ਲੱਗੀ। ਮੈਂ ਉਹਨੂੰ ਦੱਸਿਆ ਕਿ ਮੈਂ ਤਾਂ ਇੰਟਰਵਿਊ 'ਤੇ ਪਹੁੰਚਣਾ ਸੀ, ਸਿਰਫ 10 ਮਿੰਟ ਰਹਿੰਦੇ ਨੇ। ਬੋਲਿਆ, ਬੈਠੋ ਮੇਰੇ ਪਿੱਛੇ। ਇਉਂ ਆਪਣੀ ਮੋਟਰਸਾਈਕਲ 'ਤੇ ਬਿਠਾ ਕੇ ਮੈਨੂੰ ਉਸ ਦਫ਼ਤਰ ਦੇ ਅੱਗੇ ਛੱਡ ਗਿਆ ਜਿੱਥੇ ਮੈਂ ਪਹੁੰਚਣਾ ਸੀ। ਮੈਨੂੰ ਆਪਣੇ ਦੇਸ਼ ਦੀ ਯਾਦ ਆਈ, ਜੀ ਔਖਾ ਜਿਹਾ ਹੋ ਗਿਆ। ਲਓ ਭੈਣ ਜੀ, ਮੈਂ ਦੱਸਾਂ, ਮਿਸਟਰ ਵਾਲੀਆ ਬੋਲੇ। ਇਸੇ ਤਰ੍ਹਾਂ ਲੰਡਨ ਇੱਕ ਵਾਰੀ ਮੈਂ ਅਤੇ ਮੇਰਾ ਦੋਸਤ ਰਾਹ ਭੁੱਲ ਗਏ। ਰਾਤ ਦੇ 2 ਵਜੇ ਹੋਏ, ਪਤਾ ਹੀ ਨਾ ਲੱਗੇ। ਮੇਰਾ ਦੋਸਤ ਬੋਲਿਆ, ਗੱਡੀ ਕੰਧ ਨਾਲ ਮਾਰ ਕੇ, ਤੇ ਜੇ ਨਾ 5 ਮਿੰਟਾਂ 'ਚ ਪੁਲਿਸ ਪਹੁੰਚ ਜਾਏ। ਮੈਂ ਸ਼ੀਸ਼ੇ ਵਿੱਚ ਦੀ ਬਾਹਰ ਝਾਕੀ, ਇੱਕਦਮ ਹਨੇਰਾ ਜਿਹਾ ਹੋ ਗਿਆ ਸੀ, ਅਤੇ ਮੀਂਹ ਵਰਨ ਲੱਗ ਪਿਆ ਸੀ, ਬੜਾ ਤੇਜ਼ ਮੀਂਹ। ਬੜੀ ਛੇਤੀ ਬੱਦਲ ਆ ਗਏ, ਮੈਂ ਕਿਹਾ। ਬੱਦਲ ਨਹੀਂ ਆਏ, ਅਸੀਂ ਬੱਦਲਾਂ 'ਚ ਆ ਗਏ, 100 ਮੀਲ ਲੰਘ ਆਏ, ਹਰਚੰਦ ਨੇ ਦੱਸਿਆ। ਉਂਝ ਵੀ ਭੈਣ ਜੀ ਆਖਦੇ ਨੇ, ਇਸ ਦੇਸ਼ ਦੀਆਂ 3 ਚੀਜ਼ਾਂ ਦਾ ਇਤਬਾਰ ਨਾ ਕਰੋ, ਵੈਦਰ ਦਾ, ਵਮਨ ਦਾ ਅਤੇ ਵਰਕ ਦਾ। ਮਿਸਟਰ ਵਾਲੀਆ ਬੋਲੇ। ਹਾਂਜੀ, ਸਾਡੇ ਨਾਲ ਇੱਕ ਵਾਰੀ ਬੜੀ ਬੁਰੀ ਹੋਈ, ਮਿਸਿਜ਼ ਵਾਲੀਆ ਦੱਸਣ ਲੱਗੀ। ਇੱਥੇ ਸਾਲ 'ਚ ਇੱਕ ਵਾਰੀ ਕੁਈਨ ਪਾਰਟੀ ਕਰਦੀ ਹੈ ਲੋਕਾਂ ਨੂੰ। ਸਾਨੂੰ ਵੀ ਕਾਰਡ ਆ ਗਿਆ, ਅਸੀਂ ਬੜੇ ਖੁਸ਼। ਸੋਹਣਾ ਧੁੱਪ ਵਾਲਾ ਦਿਨ ਸੀ, ਮੈਂ ਬਨਾਰਸੀ ਸਾੜੀ ਪਾਈ, ਪੈਰਾਂ 'ਚ ਚੱਪਲਾਂ ਪਾ ਲਈਆਂ, ਚਲੇ ਗਏ ਜੀ ਕੁਈਨ ਦੀ ਪਾਰਟੀ 'ਤੇ। ਉੱਥੇ ਤਾਂ ਜੀ ਬੜੇ ਜ਼ੋਰ ਦਾ ਮੀਂਹ ਆ ਗਿਆ, ਸ਼ਾਮਿਆਨਿਆਂ ਤੱਕ ਵਾਛੜ ਜਾਣ ਲੱਗੀ, ਪਾਰਟੀ ਛੇਤੀ ਖਤਮ ਹੋ ਗਈ। ਲੋਕਾਂ ਨੇ ਤਾਂ ਆਪਣੀਆਂ ਛਤਰੀਆਂ ਖੋਲ੍ਹ ਲਈਆਂ ਅਤੇ ਆਪਣੀਆਂ ਆਪਣੀਆਂ ਕਾਰਾਂ 'ਚ ਜਾ ਬੈਠੇ। ਸਾਡੀ ਕਾਰ ਨੇ ਅਜੇ ਆਉਣਾ ਸੀ ਘੰਟੇ ਨੂੰ। ਲਓ ਜੀ, ਅਸੀਂ ਤਾਂ ਪਾਣੀ 'ਚ ਨੁੱਚੜਦੇ, ਟੁੱਟੀ ਹੋਈ ਚੱਪਲ ਹੱਥ 'ਚ ਫੜੀ,
ਠੁਰ ਕਰਦੇ ਕੁਈਨ ਦੀ ਪਾਰਟੀ 'ਚੋਂ ਪੈਦਲ ਤੁਰ ਆਏ। ਉਦਣ ਤੋਂ ਮੁੜ ਕੇ ਸੋਚ ਲਿਆ ਵੀ ਭਾਵੇਂ ਕਿਹੋ ਜਿਹਾ ਵੀ ਦਿਨ ਹੋਵੇ, ਛਤਰੀ ਜ਼ਰੂਰ ਨਾਲ ਰੱਖੋ। ਨਾਲੇ ਇੱਥੇ ਤਾਂ ਮਿੰਟਾਂ 'ਚ ਧੁੱਪ ਹੋਊ, ਮਿੰਟਾਂ 'ਚ ਮੀਂਹ ਪੈ ਜਾਂਦਾ। ਮੌਸਮ ਵਰਗੀਆਂ ਇੱਥੋਂ ਦੀਆਂ ਔਰਤਾਂ ਨੇ ਭੈਣ ਜੀ, ਨੀਰਜਾ ਹੱਸ ਕੇ ਦੱਸਣ ਲੱਗੀ। ਸਾਡੀ ਫੈਕਟਰੀ 'ਚ ਇੱਕ ਔਰਤ ਕੰਮ ਕਰਦੀ ਸੀ, ਚੰਗੀ ਭਲੀ, 4-5 ਉਹਦੇ ਬੱਚੇ। ਇੱਕ ਦਿਨ ਪਤਾ ਲੱਗਿਆ ਉਹ ਆਪਣੇ ਬॉयਫ੍ਰੈਂਡ ਨਾਲ ਕਿਧਰੇ ਚਲੀ ਗਈ ਹੈ। 10-15 ਦਿਨਾਂ ਪਿੱਛੋਂ ਵਾਪਸ ਆ ਗਈ। ਹੁਣ ਬੱਚੇ ਆਪਣੇ ਬਾਪ ਨਾਲ ਰਹਿੰਦੇ ਨੇ ਤੇ ਉਹ ਆਪਣੇ ਬॉयਫ੍ਰੈਂਡ ਨਾਲ ਰਹਿੰਦੀ ਹੈ। ਤਿੰਨੇ ਇੱਕੋ ਫੈਕਟਰੀ 'ਚ ਕੰਮ ਕਰਦੇ ਨੇ। ਮੈਂ ਹੈਰਾਨ ਹੋ ਕੇ ਇਹਨਾਂ ਦੀਆਂ ਗੱਲਾਂ ਸੁਣ ਰਹੀ ਸੀ। ਇੰਨੇ ਚਿਰ ਨੂੰ ਅਸੀਂ ਮੀਂਹ ਲੰਘ ਆਏ ਸੀ। ਇੱਕ ਥਾਂ ਕੈਰਾਵਾਨ ਰੋਕ ਕੇ ਅਸੀਂ ਕਾਗਜ਼ੀ ਪਲੇਟਾਂ 'ਚ ਰੋਟੀ ਖਾਧੀ। ਮੈਂ ਸੋਚ ਰਹੀ ਸੀ ਕਿ ਪਲੇਟ ਕਿੱਥੇ ਸੁੱਟਾਂ। ਬਿੰਦੀ ਨੇ ਮੇਰੇ ਕੋਲੋਂ ਫੜ ਲਈ ਤੇ ਸਾਹਮਣੇ ਲੱਗੇ ਕੂੜੇ ਵਾਲੇ ਢੋਲ 'ਚ ਸੁੱਟ ਆਇਆ। ਕਮਾਲ ਹੈ, ਇੱਥੇ ਨੇੜੇ ਤੇੜੇ ਕੋਈ ਸ਼ਹਿਰ ਨਹੀਂ, ਪਿੰਡ ਨਹੀਂ, ਘਰ ਨਹੀਂ, ਦੁਕਾਨ ਨਹੀਂ, ਪਰ ਕੂੜੇ ਵਾਲਾ ਢੋਲ ਹੈ। ਮੈਂ ਸੋਚ ਰਹੀ ਸੀ, ਹਰਚੰਦ ਸਮਝ ਗਿਆ ਤੇ ਬੋਲਿਆ, ਇਹਨਾਂ ਨੂੰ ਪਤਾ ਸੀ ਵੀ ਤੁਸੀਂ ਇੱਥੋਂ ਦੀ ਲੰਘੋਗੇ, ਰੋਟੀ ਖਾਓਗੇ, ਪਲੇਟਾਂ ਸੁੱਟਣ ਦੀ ਲੋੜ ਪਊ। ਗੋਰਾ ਬੜਾ ਸਿਆਣਾ ਹੈ ਭੈਣ ਜੀ। ਚਾਹ ਪੀ ਕੇ ਅਸੀਂ ਫੇਰ ਟੁਰ ਪਏ। ਮੋਟਰਵੇ ਤੇ ਥਾਂ ਟੈਲੀਫੋਨ ਲੱਗੇ ਵੇਖ ਕੇ ਨੀਰਜਾ ਨੂੰ ਪੁੱਛਿਆ, ਜੇ ਤੁਸੀਂ ਆਖਦੇ ਹੋ ਕਿ ਮੋਟਰਵੇ ਤੇ ਕੋਈ ਰੁਕ ਨਹੀਂ ਸਕਦਾ ਤਾਂ ਫਿਰ ਇਹ ਟੈਲੀਫੋਨ ਕਾਹਦੇ ਲਈ ਲੱਗੇ ਨੇ? ਇਹ ਬਈ ਜੇ ਕਿਸੇ ਦੀ ਕਾਰ ਖਰਾਬ ਹੋ ਜਾਏ ਜਾਂ ਐਕਸੀਡੈਂਟ ਹੀ ਹੋ ਜਾਏ। ਬੜੀ ਪਰਵਾਹ ਇੱਥੇ ਲੋਕਾਂ ਦੀ। ਮੈਂ ਸੋਚਿਆ, ਇੱਥੇ ਤਾਂ ਭੈਣ ਜੀ ਜੇ ਇੱਕ ਬੱਚੇ ਨੂੰ ਵੀ ਅਜਾਈਂ ਕੁਝ ਹੋ ਜਾਏ ਤਾਂ ਸਾਰੀ ਕੌਮ 'ਚ ਭੜਥੂ ਪੈ ਜਾਂਦਾ ਹੈ। ਇਹਨਾਂ ਦਾ ਆਪਣਾ ਬੰਦਾ ਜੇ ਕਿਸੇ ਮੁਲਕ ਵਿੱਚ ਵੀ ਹੋਵੇ ਤੇ ਉੱਥੇ ਉਹਨੂੰ ਕੋਈ ਮੁਸ਼ਕਿਲ ਆ ਜਾਏ ਤੇ ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਇਤਲਾਹ ਭੇਜੇਗਾ ਤੇ ਉਹ ਝਟਪਟ ਪਹੁੰਚ ਜਾਣਗੇ। ਇਸੇ ਤਰ੍ਹਾਂ ਇੱਕ ਇੰਡੀਅਨ ਇੱਥੋਂ ਮੇਮ ਲੈ ਗਿਆ ਵਿਆਹ ਕੇ, ਉੱਥੇ ਜਾ ਕੇ ਬਿਮਾਰ ਹੋ ਗਈ। ਕੁਝ ਉਸ ਭਲੇ ਮਾਨਸ ਨੇ ਬਹੁਤੀ ਪਰਵਾਹ ਨਾ ਕੀਤੀ ਤੇ ਕੁਝ ਸਾਡੇ ਹਸਪਤਾਲਾਂ ਦਾ ਵੀ ਇਹੋ ਜਿਹਾ ਹਾਲ ਹੈ। ਅਗਲੀ ਨੇ ਹਾਈ ਕਮਿਸ਼ਨ ਨੂੰ ਲਿਖ ਦਿੱਤਾ। ਅਗਲੇ ਦਿੱਲੀ ਤੋਂ ਡਾਕਟਰ ਲੈ ਕੇ ਸੰਗਰੂਰ ਪਹੁੰਚੇ। ਇੱਥੇ ਤਾਂ ਇੱਕ ਗੱਲ ਹੋਰ ਵੀ ਹੈ, ਤੁਸੀਂ ਬਿਮਾਰ ਹੋਵੋ, ਹਸਪਤਾਲ 'ਚ ਜਿਹੋ ਜਿਹਾ ਸਲੂਕ ਹੈ ਆਪਣੇ ਪ੍ਰਾਈਮ ਮਿਨਿਸਟਰ ਨਾਲ ਕਰਨਗੇ ਜੇ ਉਹ ਬਿਮਾਰ ਹੋਵੇ, ਉਹੋ ਜਿਹਾ ਹੀ ਤੁਹਾਡੇ ਨਾਲ ਹੋਏਗਾ। ਬਸ ਟੈਲੀਫੋਨ ਕਰ ਦਿਓ ਕਿ ਤੁਸੀਂ ਬਿਮਾਰ ਹੋ, 5 ਮਿੰਟਾਂ 'ਚ ਡਾਕਟਰ ਤੁਹਾਡੇ ਘਰ ਆ ਜਾਏਗਾ ਤੇ ਦਵਾਈਆਂ ਸਾਰੀਆਂ ਮੁਫਤ ਮਿਲਣਗੀਆਂ, ਜਿੰਨੀਆਂ ਮਰਜ਼ੀ ਮਹਿੰਗੀਆਂ ਹੋਣ। ਇੱਥੇ ਬੰਦੇ ਦੀ ਜਾਨ ਦਾ ਮੁੱਲ ਹੈ ਭੈਣ ਜੀ। ਹੋਰ ਅਸੀਂ ਐਵੇਂ ਤਾਂ ਨਹੀਂ ਮੁਲਕ ਛੱਡਿਆ। ਰੋਣ ਆਉਂਦਾ ਆਪਣੇ ਮੁਲਕ ਦੀਆਂ ਗੱਲਾਂ ਸੁਣ ਕੇ। ਉੱਥੇ ਤਾਂ ਲੱਖ ਤੋਂ ਉੱਪਰ ਬੰਦਾ ਚੇਚਕ ਨਾਲ ਹੀ ਮਰ ਗਿਆ। ਵੀ ਭਲੇ ਮਾਨਸੋ ਤੁਸੀਂ ਟੀਕੇ ਹੀ ਨਹੀਂ ਲਾ ਸਕਦੇ। ਖਬਰੇ ਲਾਈ ਹੁਣ ਚੇਚਕ ਟੀਕੇ ਲਾਉਣ ਮਗਰੋਂ ਵੀ ਹੋ ਜਾਂਦੀ ਹੈ, ਕਿਉਂਕਿ ਦਵਾਈਆਂ ਵੀ ਤਾਂ ਬਹੁਤੀਆਂ ਫੇਕ ਬਣਨ ਲੱਗ ਪਈਆਂ ਨੇ। ਹਿੰਦੁਸਤਾਨ 'ਚ ਤਾਕਤ ਦਾ ਕੈਪਸੂਲ ਹੋਊ ਤੇ ਵਿੱਚ ਹਲਦੀ ਭਰੀ ਹੋਊ। ਮੈਂ ਦੱਸਿਆ, ਦਵਾਈਆਂ 'ਚ ਵੀ ਬੇਈਮਾਨੀ। ਹੇ ਰਾਮ, ਇਹ ਤਾਂ ਅਗਲੇ ਦੀ ਜਾਨ ਲੈਣ ਵਾਲੀ ਗੱਲ ਹੋਈ। ਨੇਕ ਦਿਲ ਮਿਸਿਜ਼ ਵਾਲੀਆ ਨੇ ਕੰਨਾਂ ਨੂੰ ਹੱਥ ਲਾਏ ਤੇ ਮੇਰੇ ਮੂੰਹ ਵਾਲਿਓਂ ਵੇਖਣ ਲੱਗੀ ਜਿਵੇਂ ਸੋਚਦੀ ਹੋਵੇ ਕਿ ਇਹ ਸਭ ਸੱਚ ਹੈ। ਮੈਂ ਮੁੜ ਬਾਰੀ 'ਚੋਂ ਵੇਖਣ ਲੱਗੀ। ਬੜਾ ਹੀ ਖੂਬਸੂਰਤ ਇਲਾਕਾ ਸੀ। ਪਹਾੜ, ਰੁੱਖ, ਘਾਹ, ਫੁੱਲ, ਅਸਮਾਨ, ਆਥਣ, ਬੱਦਲ, ਸੜਕ, ਕਾਰਾਂ, ਲੋਕ, ਜਿਵੇਂ ਅਸੀਂ ਇੱਕ ਵਿਸ਼ਾਲ ਜੀ ਧਰਤੀ 'ਤੇ ਵਿਚਰ ਰਹੇ ਸੀ, ਜਿੱਥੇ ਦੂਰ ਦੂਰ ਤੱਕ ਨਜ਼ਰ ਵੇਖ ਸਕਦੀ ਹੈ, ਬੰਦਾ ਪੂਰਾ ਸਾਹ ਲੈ ਸਕਦਾ ਹੈ। ਇਸ ਤਰ੍ਹਾਂ ਦੀ ਖੂਬਸੂਰਤੀ ਅੱਗੇ ਮੈਂ ਸਿਰਫ ਤਸਵੀਰਾਂ 'ਚ ਹੀ ਵੇਖੀ ਸੀ। ਜਦੋਂ ਹਾਈਵੇ ਛੱਡ ਕੇ ਕਾਰ ਦੂਜੀ ਸੜਕ 'ਤੇ ਉਤਰੀ ਤਾਂ ਚਾਰੋਂ ਪਾਸੇ ਧੁੰਦ ਹੀ ਧੁੰਦ ਸੀ। ਕਾਰਾਂ ਨੇ ਲਾਈਟਾਂ ਬਾਲ ਲਈਆਂ, ਸਪੀਡ ਘੱਟ ਕਰ ਲਈ। ਇਸ ਵੇਲੇ 50 ਗਜ਼ 'ਤੇ ਆਉਂਦਾ ਕੁਛ ਨਹੀਂ ਸੀ ਦਿਸਦਾ। ਕਮਾਲ ਹੈ, ਇਹਦੇ ਦੇਸ਼ ਕਿਤੇ ਧੁੱਪ ਹੈ, ਕਿਤੇ ਮੀਂਹ ਹੈ, ਕਿਤੇ ਧੁੰਦ ਹੈ, ਕਿਤੇ ਕੁਝ ਵੀ ਨਹੀਂ। ਮੈਂ ਆਖਿਆ, ਬਸ ਇਉਂ ਹੀ ਹੈ ਭੈਣ ਜੀ, ਇਸ ਦੇਸ਼ 'ਚ ਸਭ ਕੁਝ ਹੈ ਤੇ ਕਈਆਂ ਵਾਸਤੇ ਕੁਛ ਵੀ ਨਹੀਂ। ਹਰਚੰਦ ਇੱਕ ਮੋੜ 'ਤੇ ਗੱਡੀ ਮੋੜਦਾ ਹੱਸ ਕੇ ਬੋਲਿਆ, ਆਪਾਂ ਸਫ਼ਰ ਵੀ ਤਾਂ ਕਿੰਨਾ ਕਰ ਆਏ। ਦੇਖੋ ਸਾਹਮਣੇ ਬਾਤ ਸ਼ਹਿਰ ਦੀਆਂ ਲਾਈਟਾਂ ਦਿਸ ਰਹੀਆਂ ਨੇ। ਬਹੁਤ ਪੁਰਾਣਿਆਂ ਵੇਲਿਆਂ ਦਾ ਬਹੁਤ ਹੀ ਸੋਹਣਾ ਸ਼ਹਿਰ ਹੈ। ਵਾਲੀਆ ਨੇ ਸ਼ੀਸ਼ੇ ਤੋਂ ਬਾਹਰ ਇਸ਼ਾਰਾ ਕਰਦੀ ਨੇ ਦੱਸਿਆ। ਸਾਰਿਆਂ ਨੇ ਉੱਧਰ ਦੇਖਿਆ। ਕਮਾਲ ਹੈ, ਜਿਵੇਂ ਤਾਰੇ ਜ਼ਮੀਨ 'ਤੇ ਲੈ ਆਏ ਹੋਣ ਤੇ ਬਿਖਰੇ ਪਏ ਹੋਣ। ਪਹਿਲੀ ਵਾਰੀ ਜਦੋਂ ਅਸੀਂ ਇੱਧਰ ਆਏ ਤਾਂ ਜੁਗਨੂੰ ਪੁੱਛਣ ਲੱਗਿਆ, ਇੱਥੇ ਅੱਜ ਦੀਵਾਲੀ ਹੈ? ਮਿਸਟਰ ਵਾਲੀਆ ਨੇ ਦੱਸਿਆ। ਢਲਾਨ ਨੂੰ ਉੱਤਰ ਦੇ ਬਾਅਦ ਸ਼ਹਿਰ ਪਹੁੰਚ ਗਏ। ਪੈਟਰੋਲ ਪਵਾ ਲਈਏ? ਕੈਰਵਾਂ ਇੱਕ ਥਾਂ ਖੜਾ ਕਰ। ਹਰਚੰਦ ਨੇ ਮਿਸਟਰ ਵਾਲੀਆ ਹੇਠਾਂ ਉਤਰ ਗਏ। ਮੈਂ ਦੇਖਿਆ ਆਲੇ ਦੁਆਲੇ ਕੋਈ ਪੈਟਰੋਲ ਪੰਪ ਤਾਂ ਹੈ ਨਹੀਂ ਸੀ। ਉਹ ਇੱਕ ਘਰ ਜਿਹੇ 'ਚ ਵੜ ਗਏ ਸੀ। ਹਰਚੰਦ ਤਾਂ ਆਖਦਾ ਸੀ ਪੈਟਰੋਲ ਪਾਉਣਾ। ਮੈਂ ਨੀਰਜਾ ਨੂੰ ਪੁੱਛਿਆ, ਪੈਟਰੋਲ ਪਾਉਣ ਹੀ ਤਾਂ ਗਏ ਨੇ, ਗੱਡੀ 'ਚ ਨਹੀਂ, ਡਰਾਈਵਰਾਂ 'ਚ। ਨੀਰਜਾ ਨੇ ਹੱਸ ਕੇ ਦੱਸਿਆ। ਤੁਸੀਂ ਬੱਚਿਓ ਬਾਹਰ ਨਿਕਲ ਕੇ ਫਿਰ ਤੋਂ ਆਓ 2 ਮਿੰਟ, ਉਹ ਤਾਂ ਚਿਰ ਲਾ ਕੇ ਆਉਣਗੇ, ਮਿਸਿਜ਼ ਵਾਲੀਆ ਨੇ ਹੋਰਾਂ ਵੱਲ ਝਾਕ ਕੇ ਕਿਹਾ ਤੇ ਨਾਲ ਦੇਸ਼ ਤੋਂ ਆਈਆਂ ਖੁਸ਼ਬੂਦਾਰ ਸੁਪਾਰੀਆਂ ਦੀ ਸ਼ੀਸ਼ੀ ਪਰਸ ਵਿੱਚ ਕੱਢ ਕੇ ਸਭ ਨੂੰ ਦੇਣ ਲੱਗੀ। ਮੈਨੂੰ ਲੱਗਿਆ ਇਹ ਤਾਂ ਜੱਟਾਂ ਵਰਗੇ ਵਾਲੀਏ ਨੇ, ਨਹੀਂ ਤਾਂ ਇਹੀ ਖੁਸ਼ਬੂਦਾਰ ਸੁਪਾਰੀਆਂ ਦੀ ਸ਼ੀਸ਼ੀ ਆਪਣੇ ਸਟੋਰ 'ਚ ਰੱਖ ਕੇ ਘੱਟ ਤੋਂ ਘੱਟ ਅੱਧੇ ਪੌਂਡ ਨੂੰ ਵੇਚਦੇ। ਮਿਸਿਜ਼ ਵਾਲੀਆ ਖਬਰੇ ਮੇਰੀ ਅਣਕਹੀ ਗੱਲ ਸਮਝ ਗਈ। ਬੋਲੀ, ਜਿਸ ਤਰ੍ਹਾਂ ਤੁਸੀਂ ਜੀਓਗੇ ਉਸੇ ਤਰ੍ਹਾਂ ਤੁਹਾਡੇ ਬੱਚੇ ਸਿੱਖਣਗੇ। ਹੁਣ ਮੈਨੂੰ ਸਮਝ ਲੱਗੀ ਕਿ ਵਾਲੀਆ ਹੋਰਾਂ ਦੇ ਬੱਚੇ ਏਡੇ ਚੰਗੇ ਕਿਉਂ ਸੀ। ਨਾਲੇ ਅਸੀਂ
ਡਾਰਚੈਸਟਰ ਟੈਲੀਫੋਨ ਕਰ ਆਏ ਕਿ ਤੁਸੀਂ ਆਰਾਮ ਨਾਲ ਸੌਵੋ, ਸਾਨੂੰ ਪਹੁੰਚਣ ਨੂੰ 2 ਕੁ ਘੰਟੇ ਲੱਗ ਜਾਣਗੇ। ਇੱਕ ਤਾਂ ਅੱਗੋਂ ਸੜਕਾਂ ਛੋਟੀਆਂ ਨੇ ਅਤੇ ਦੂਜਾ ਟ੍ਰੈਫਿਕ ਕਾਫੀ ਹੈ, ਮਿਸਟਰ ਵਾਲੀਆ ਨੇ ਆ ਕੇ ਦੱਸਿਆ। ਬਾਅਦ ਤੋਂ ਚੱਲਣ ਲੱਗਿਆਂ ਹਰਚੰਦ ਨੇ ਰਾਹ ਨਕਸ਼ੇ ਤੋਂ ਦੇਖਿਆ ਅਤੇ ਉੱਚੀ ਸਾਰੀ ਸਾਰਿਆਂ ਨੂੰ ਦੱਸਿਆ ਕਿ ਅੱਗੇ ਕਿਹੜੇ ਸਾਈਨਸ ਫੜਨੇ ਹਨ। ਤੁਸੀਂ ਨੀਰਜਾ ਨੂੰ ਅੱਗੇ ਸੱਦਣਾ, ਉਹੀ ਸੱਦ ਲਓ, ਬਹਾਨੇਗਾ ਨੂੰ ਬਣਾਉਂਦੇ ਹੋ, ਆਖਦੇ ਮਿਸਟਰ ਵਾਲੀਆ ਪਿੱਛੇ ਚਲੇ ਗਏ। ਨੀਰਜਾ ਮੂਹਰੇ ਆ ਗਈ। ਘੰਟਾ ਕੁ ਮਗਰੋਂ ਪਤਾ ਲੱਗਿਆ ਕਿ ਅਸੀਂ ਗਲਤ ਰਾਹ ਆ ਗਏ ਹਾਂ। ਇੱਕ ਥਾਂ ਤੋਂ ਪਿੱਛੇ ਮੁੜੇ, ਪਿੱਛੇ ਮੁੜਨਾ ਕਿਹੜਾ ਸੁਖਾਲਾ ਹੁੰਦਾ, ਵਲ ਪਾ ਕੇ ਪਿੱਛੇ ਮੁੜੇ, ਕਿਉਂਕਿ ਪਿੱਛੇ ਤਾਂ ਲਾਣੇ ਦਾ ਲਾਣਾ ਕਾਰਾਂ ਦਾ ਸੀ। ਅੱਗੇ ਜਾ ਕੇ ਰਾਹ ਬਦਲਿਆ, ਪਰ ਅਜੇ ਵੀ ਪੱਕਾ ਪਤਾ ਨਹੀਂ ਸੀ ਕਿ ਠੀਕ ਰਾਹ 'ਤੇ ਆ ਜਾਂ ਨਹੀਂ। ਬਿਠਾ ਲਓ ਨੀਰਜਾ ਨੂੰ ਹੋਰ ਅੱਗੇ, ਰਾਹ ਤਾਂ ਭੁੱਲਣਾ ਹੀ ਸੀ, ਮਿਸਟਰ ਵਾਲੀਆ ਨੇ ਮਜ਼ਾਕ ਕੀਤਾ। ਕੀ ਗੱਲ ਨੀਰਜਾ, ਮੈਂ ਹੱਸ ਕੇ ਪੁੱਛਿਆ। ਰਾਹ ਤਾਂ ਮੈਂ ਠੀਕ ਦੱਸਦੀ ਆ ਰਹੀ ਸੀ, ਪਰ ਜਿੱਥੇ ਵਿੱਚੋਂ ਇੱਕ ਅੱਧੀ ਵਾਰੀ ਮੈਨੂੰ ਨੀਂਦ ਆ ਗਈ, ਬਿੱਲਾ ਉੱਥੋਂ ਹੀ ਗਲਤ ਰਾਹ 'ਤੇ ਮੁੜ ਗਿਆ, ਉਹ ਬੋਲੀ। ਜਿੱਥੇ ਵੀ ਔਰਤ ਨੂੰ ਜ਼ਰਾ ਮਾਸਾ ਨੀਂਦ ਆਈ, ਅਗਲੇ ਨੇ ਗਲਤ ਰਾਹ 'ਤੇ ਮੁੜ ਜਾਣਾ। ਨਾ ਰੱਬ ਦਾ ਡਰ, ਨਾ ਸਮਾਜ ਦਾ ਭਉ, ਨਾ ਬਦਨਾਮੀ ਦਾ ਤੌਖਲਾ। ਰਾਣੀ ਸ਼ਾਇਦ ਠੀਕ ਹੀ ਆਖਦੀ ਸੀ, ਮੈਨੂੰ ਖਿਆਲ ਆਇਆ। ਮੈਂ ਤਾਂ ਕਿਹਾ ਤੁਹਾਨੂੰ ਰਸਤਾ ਪਤਾ ਹੈ, ਨਹੀਂ ਤਾਂ ਇਹ ਵਾਲਿਆਂ ਨੂੰ ਨਾ ਆਖ ਦਿੰਦੇ, ਫੱਟ ਨਕਸ਼ਾ ਬਣਾ ਕੇ ਭੇਜ ਦਿੰਦੇ। ਵਿੱਚ ਸਭੇ ਕੁਝ ਲਿਖਿਆ ਹੁੰਦਾ ਵੀ ਰਾਹ 'ਚ ਕੀ ਆਏਗਾ, ਕਿੱਥੇ ਮੁੜਨਾ, ਕਿੱਧਰ ਦੀ ਜਾਣਾ, ਮਿਸਟਰ ਵਾਲੀਆ ਬੋਲੇ। ਦੇਖ ਅਸੀਂ ਸੈਰ ਕਰਨ ਆਏ ਹਾਂ, ਸੈਰ ਹੋ ਰਹੀ ਹੈ, ਹਰਚੰਦ ਨੇ ਹੱਸ ਕੇ ਆਖਿਆ। ਐਂ ਕਰੋ, ਕਿੱਧਰੋਂ ਪੈਟਰੋਲ ਪਵਾ ਲਓ, ਹੋਰ ਨਾ ਰਾਹ 'ਚ ਖੜੇ ਰਹੀਏ। ਇਸ ਹਿਸਾਬ ਨਾਲ ਡਾਰਚੈਸਟਰ ਤਾਂ ਖਬਰੇ ਕਦ ਪਹੁੰਚਾਂਗੇ, ਮਿਸਿਸ ਵਾਲੀਆ ਨੇ ਹਮੇਸ਼ਾ ਵਾਂਗ ਸਿਆਣੀ ਗੱਲ ਕੀਤੀ। ਰਾਹ 'ਚ ਆਏ ਪੈਟਰੋਲ ਪੰਪ ਉੱਤੇ ਹਰਚੰਦ ਨੇ ਕੈਰਾਵਾਨ ਰੋਕਿਆ। ਪੈਟਰੋਲ ਪੰਪ ਖੁੱਲ੍ਹਾ ਸੀ, ਪਰ ਬੰਦਾ ਉੱਥੇ ਕੋਈ ਨਹੀਂ ਸੀ। ਸਾਹਮਣੇ ਇੱਕ ਥਾਂ ਲਿਖਿਆ ਸੀ ਕਿ 1 ਪੌਂਡ ਦਾ ਨੋਟ ਪਾਓ ਅਤੇ ਪੈਟਰੋਲ ਲੈ ਲਓ। ਮੈਂ ਹੈਰਾਨ ਸੀ ਕਿ ਮਸ਼ੀਨ ਨੂੰ ਪੌਂਡ ਦੇ ਨੋਟ ਦੀ ਕੀ ਪਹਿਚਾਣ ਹੈ ਅਤੇ ਮਸ਼ੀਨ ਆਪੇ ਪੈਟਰੋਲ ਕਿਵੇਂ ਪਾ ਦੇਗੀ, ਪਰ ਹੋਇਆ ਉਸੇ ਤਰ੍ਹਾਂ। 1 ਪੌਂਡ ਦਾ ਨੋਟ ਪਾਇਆ ਅਤੇ ਉੱਪਰ ਪੰਪ 'ਚ ਪੈਟਰੋਲ ਆ ਗਿਆ। ਦੇਖ ਲਓ, ਇਹਨਾਂ ਨੂੰ ਇੰਨੀ ਕਦਰ ਹੈ ਆਪਣੀ ਰਾਣੀ ਦੀ। ਮਸ਼ੀਨ ਨੇ ਉਹਦੀ ਮੂਰਤ ਦੇਖ ਕੇ ਪੈਟਰੋਲ ਦੇ ਦਿੱਤਾ, ਮਿਸਟਰ ਵਾਲੀਆ ਦੱਸ ਰਹੇ ਸੀ। ਪੈਟਰੋਲ ਪਵਾ ਉੱਚੀ ਨੀਵੀਂ ਵਿੰਗੀ ਟੇਢੀ ਸੜਕ ਉੱਤੋਂ ਦੀ ਲੰਘਦੇ ਹਰਚੰਦ ਦੀ ਡਰਾਈਵਰੀ ਦੀ ਦਾਤ ਦਿੰਦੇ 4-5ਵੀਂ ਵਾਰੀ ਸ਼ਿਵ ਦੀਆਂ ਗਜ਼ਲਾਂ ਸੁਣਦੇ ਅਸੀਂ ਕੋਈ 1 ਵਜੇ ਡਾਰਚੈਸਟਰ ਪਹੁੰਚ ਗਏ। ਡਾਰਚੈਸਟਰ ਪਹੁੰਚ ਕੇ ਡਾਰਚੈਸਟਰ ਵਾਲਿਆਂ ਦਾ ਘਰ ਭੁੱਲ ਗਏ। ਸਾਰਿਆਂ ਘਰਾਂ ਦੀਆਂ ਇੱਕੋ ਜਿਹੀਆਂ ਸ਼ਕਲਾਂ ਜੋ ਹੋਈਆਂ। ਘਰ ਦੇ ਨੇੜੇ ਹੀ ਗੇੜੇ ਕੱਢਦੇ ਫਿਰਦੇ ਸੀ। ਫਿਰ ਸੋਚਿਆ ਗਿਆ ਕਿ ਉਹਨਾਂ ਨੂੰ ਟੈਲੀਫੋਨ ਕਰੀਏ ਅਤੇ ਦੱਸੀਏ ਕਿ ਅਸੀਂ ਗੁਆਚ ਗਏ ਹਾਂ। ਪਰ ਇੰਨੇ ਨੂੰ ਇੱਕ ਘਰ 'ਚ ਲਾਈਟ ਜਗਦੀ ਦਿਸੀ। ਸੋਚਿਆ ਉਹੀ ਹੋਣਾ ਉਹਨਾਂ ਦਾ ਘਰ। ਕੋਲ ਪਹੁੰਚੇ, ਘਰ ਅੱਗੇ ਲਿਖਿਆ ਸੀ ਅੰਬਾਲਾ। ਕੈਰਾਵਾਨ ਦੀ ਆਵਾਜ਼ ਸੁਣ ਕੇ ਦੋਵੇਂ ਮੀਆਂ ਬੀਵੀ ਬਾਹਰ ਆ ਗਏ। ਸ਼ੁਕਰ ਹੈ ਤੁਸੀਂ ਪਹੁੰਚ ਗਏ, ਸਾਨੂੰ ਤਾਂ ਫਿਕਰ ਹੀ ਲੱਗ ਗਿਆ ਸੀ, ਗੁਰਮੁਖ ਹੋਰਾਂ ਆਖਿਆ। ਅੰਗਰੇਜ਼ਾਂ ਦੇ ਮੁਲਕ 'ਚ ਰਹਿੰਦੇ ਵੀ ਉਹ ਹਿੰਦੁਸਤਾਨੀਆਂ ਵਾਂਗ ਰੋਟੀ ਤਿਆਰ ਕਰੀ ਭੁੱਖੇ ਬੈਠੇ ਸਾਡਾ ਇੰਤਜ਼ਾਰ ਕਰ ਰਹੇ ਸੀ। ਰੋਟੀ ਖਾ ਕੇ ਜਦੋਂ ਅਸੀਂ ਸੁੱਤੇ 3 ਵੱਜਣ 'ਚ ਕੁਝ ਹੀ ਮਿੰਟ ਬਾਕੀ ਸੀ, ਇਉਂ ਹਾਰਡੀ ਦੇ ਪਿੰਡ ਪਹੁੰਚ ਗਏ ਸੀ। ਅਗਲੀ ਸਵੇਰ ਮੈਂ ਗੀਤਾ ਨੂੰ ਲੰਡਨ ਫੋਨ ਕੀਤਾ, ਸੋਚਿਆ ਸ਼ਾਇਦ ਉਹ ਵੀ ਆ ਜਾਏ, ਪਰ ਫੋਨ ਉਹਦੇ ਪਾਪਾ ਨੇ ਚੁੱਕਿਆ ਅਤੇ ਦੱਸਿਆ ਕਿ ਉਹਨੂੰ ਤਾਂ ਡਾਕਟਰ ਨੇ ਹਸਪਤਾਲ ਦਾਖਲ ਕਰ। ਮੈਂ ਬੇਟਾ ਤੁਹਾਨੂੰ ਮਿਲਣਾ ਚਾਹੁੰਦਾ, ਕਦੋਂ ਮਿਲ ਸਕਦਾ? ਗੀਤਾ ਦੇ ਪਾਪਾ ਨੇ ਮੈਨੂੰ ਪੁੱਛਿਆ। ਅਸੀਂ ਮੁੜਦੇ ਹੋਏ ਸ਼ਾਇਦ ਲੰਡਨ ਹੁੰਦੇ ਜਾਈਏ ਜਾਂ ਗਲਾਸਗੋ ਜਾ ਕੇ ਫੋਨ ਕਰ ਦਿਆਂਗੇ। ਗੀਤਾ ਦਾ ਹਾਲ ਕੀ ਹੈ? ਇਲਾਜ ਹੋ ਰਿਹਾ, ਪਰ ਡਾਕਟਰ ਆਖਦਾ ਸੀ ਜਦੋਂ ਤੱਕ ਆਪਣਾ ਮਾਈਂਡ ਓਪਨ ਨਹੀਂ ਕਰੇਗੀ ਇਲਾਜ ਨਹੀਂ ਹੋ ਸਕਦਾ। ਉਹ ਕੋਆਪਰੇਟ ਨਹੀਂ ਕਰ ਸਕਦਾ। ਹੋ ਸਕਦਾ ਤੁਹਾਡੀ ਮਦਦ ਦੀ ਲੋੜ ਪਵੇ। ਸਮਝ ਨਹੀਂ ਆ ਰਹੀ ਕਿ ਕੀ ਹੋ ਗਿਆ ਹੈ। ਮੈਂ ਕੀ ਜਵਾਬ ਦਿੰਦੀ, ਮੈਨੂੰ ਵੀ ਕੀ ਪਤਾ ਸੀ। ਮੈਨੂੰ ਗੀਤਾ ਦੀ ਆਖੀ ਗੱਲ ਯਾਦ ਆਈ। ਹੋ ਸਕਦਾ ਕਦੇ ਮਾਂ ਨੇ ਪਾਪਾ ਨੂੰ ਬਦਅਸੀਸ ਦਿੱਤੀ ਹੋਵੇ ਕਿ ਤੇਰੀ ਵੀ ਧੀ ਹੋਵੇ। ਤੇ ਗੀਤਾ ਕਿਹੜੀ ਗੱਲ ਹੈ ਜੋ ਤੂੰ ਡਾਕਟਰ ਨੂੰ ਵੀ ਨਹੀਂ ਦੱਸ ਸਕਦੀ? ਫੋਨ ਰੱਖ ਕੇ ਮੈਂ ਪਰੇਸ਼ਾਨ ਜੀ ਹੋ ਕੇ ਸੋਚਿਆ। ਅਗਲੇ ਦਿਨ ਸਭ ਤੋਂ ਪਹਿਲਾਂ ਗੁਰਮੁਖ ਹੋਰੀ ਲਾਇਬ੍ਰੇਰੀ ਵਿਖਾਉਣ ਲੈ ਗਏ। ਲਾਇਬ੍ਰੇਰੀ ਸਾਡੀ ਪੰਜਾਬ ਜਾਂ ਪੰਜਾਬੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਨਾਲੋਂ ਵੱਡੀ ਜਾਂ ਸੋਹਣੀ ਨਹੀਂ ਸੀ, ਨਾ ਹੀ ਉੱਥੇ ਉਨੀਆਂ ਕਿਤਾਬਾਂ ਸਨ। ਮੈਨੂੰ ਖਿਆਲ ਆ ਗਿਆ, ਪਰ ਉਸੇ ਵੇਲੇ ਗੁਰਮੁਖ ਸਿੰਘ ਹੋਰੀ ਜੋ ਇਸ ਲਾਇਬ੍ਰੇਰੀ ਵਿੱਚ ਕੰਮ ਕਰਦੇ ਸੀ ਦੱਸਣ ਲੱਗੇ, ਇੱਥੇ ਲਾਇਬ੍ਰੇਰੀ ਦੇ ਹੋਣ ਦਾ ਕਾਰਨ ਜਾਂ ਮਤਲਬ ਹੁੰਦਾ ਹੈ ਕਿ ਸਾਰੇ ਗ੍ਰੇਟ ਬ੍ਰਿਟੇਨ ਦੀਆਂ ਲਾਇਬ੍ਰੇਰੀਆਂ ਤੁਹਾਡੀ ਡਿਸਪੋਜ਼ਲ 'ਤੇ ਹੁੰਦੀਆਂ। ਉਹ ਕਿਵੇਂ? ਮੈਂ ਪੁੱਛਿਆ। ਉਹਨਾਂ ਕੰਪਿਊਟਰ ਵਿਖਾਇਆ, ਅੰਦਰ ਜਾ ਕੇ ਦੱਸਿਆ ਜੋ ਵੀ ਸਬਜੈਕਟ ਚਾਹੋ ਉਸ ਸੰਬੰਧੀ ਜਿੰਨੀਆਂ ਕਿਤਾਬਾਂ ਹਨ ਅਤੇ ਜਿਸ ਲਾਇਬ੍ਰੇਰੀ 'ਚ ਹਨ, ਉਹ ਸਾਰੀ ਇਨਫੋਰਮੇਸ਼ਨ ਕੰਪਿਊਟਰ ਤੁਹਾਡੇ ਸਾਹਮਣੇ ਰੱਖ ਦੇਗਾ। ਫਿਰ ਟੈਲੀਫੋਨ ਕਰਨ ਦੀ ਥਾਂ ਟੈਲੈਕਸ ਭੇਜਦੇ ਹਾਂ, ਭਾਵ ਇੱਥੇ ਮਸ਼ੀਨ ਉੱਤੇ ਜੋ ਟਾਈਪ ਕਰਦੇ ਹਾਂ ਉੱਥੇ ਉਹੀ ਉੱਧਰ ਜਿੱਥੇ ਤੁਸੀਂ ਚਾਹੋ ਉਸੇ ਵੇਲੇ ਉਹਨਾਂ ਦੀ ਮਸ਼ੀਨ 'ਤੇ ਟਾਈਪ ਹੋ ਜਾਂਦਾ ਹੈ। ਉੱਧਰ ਜੇ ਇਸ ਤਰ੍ਹਾਂ ਦੀ ਮਸ਼ੀਨ 'ਤੇ ਉਹ ਟਾਈਪ ਕਰਨਗੇ, ਉਹ ਇੱਧਰ ਟਾਈਪ ਹੋ ਜਾਏਗਾ। ਆਖਦਿਆਂ ਉਹਨਾਂ ਮਸ਼ੀਨ 'ਚੋਂ ਟਾਈਪ ਹੋਇਆ ਸੁਨੇਹਾ ਸਾਨੂੰ ਕੱਢ ਕੇ ਵਿਖਾਇਆ। ਇਸ ਤਰ੍ਹਾਂ ਤਾਰ ਭੇਜਣ ਜਾਂ ਟੈਲੀਫੋਨ ਕਰਨ ਦੀ ਥਾਂ ਸਿੱਧੀ ਗੱਲ ਪਹੁੰਚ ਜਾਂਦੀ ਹੈ, ਜਵਾਬ ਆ ਜਾਂਦਾ ਹੈ। ਇਸ ਤਰ੍ਹਾਂ ਦੇਸ਼ ਭਰ ਦੀ ਕਿਸੇ ਵੀ ਲਾਇਬ੍ਰੇਰੀ 'ਚੋਂ ਜੇ ਤੁਹਾਨੂੰ ਕਿਤਾਬ ਚਾਹੀਦੀ ਹੈ ਤਾਂ 2 ਦਿਨਾਂ 'ਚ ਤੁਹਾਨੂੰ ਮਿਲ ਜਾਏਗੀ।
ਕੁਝ ਰੇਅਰ ਬੁੱਕਸ ਜਾਂ ਥੀਸਿਸ ਹੁੰਦੇ ਨੇ ਜੋ ਬਾਹਰ ਨਹੀਂ ਭੇਜੇ ਜਾ ਸਕਦੇ, ਉਹਨਾਂ ਦੀ ਫਿਲਮ ਕਾਪੀ ਆ ਜਾਂਦੀ ਹੈ। ਆ ਜਾਓ ਉਹ ਵੀ ਵਿਖਾਵਾਂ, ਗੁਰਮੁਖ ਸਿੰਘ ਹੋਰਾਂ ਨੇ ਆਖਿਆ। ਇੱਕ ਕੁਰਸੀ ਉੱਪਰ ਬੈਠ ਕੇ ਮੂਹਰੇ ਪਈ ਡੈਸਕ ਉੱਤੇ ਛਤਰੀ ਕੁ ਜਿੰਨੀ ਉੱਚੀ ਲੰਮੀ ਮਸ਼ੀਨ 'ਚ ਕਿਤਾਬ ਦੀ ਫਿਲਮ ਕਾਪੀ ਉੱਤੇ ਰੌਸ਼ਨੀ ਪੈਂਦੀ ਹੈ। ਹੇਠਾਂ ਤੁਹਾਡੇ ਅੱਗੇ ਕਿਤਾਬ ਦੇ ਸਫ਼ੇ ਅੱਖਰ ਆਈ ਜਾਂਦੇ ਆ ਅਤੇ ਆਪਣੀ ਮਰਜ਼ੀ ਅਨੁਸਾਰ ਤੁਸੀਂ ਸਫ਼ੇ ਬਦਲੀ ਜਾਂਦੇ ਹੋ। ਮੈਨੂੰ ਯਾਦ ਆਇਆ ਜਦੋਂ ਦੇਸ਼ ਮੈਂ ਰਿਸਰਚ ਕਰਦੀ ਸੀ ਕਿੰਨੀ ਔਖੀ ਹੋਈ ਸੀ ਕਿਤਾਬਾਂ ਲਈ। ਉਹ ਤਾਂ ਕੁਝ ਬਾਹਰਲੇ ਮੁਲਕਾਂ 'ਚੋਂ ਜਾਣੂ ਲੋਕ ਖਰੀਦ ਕੇ ਭੇਜਦੇ ਰਹੇ, ਨਹੀਂ ਤਾਂ ਉੱਕਾ ਹੀ ਸਰ ਗਿਆ ਸੀ। ਪਹਿਲਾਂ ਤਾਂ ਉਸ ਸਬਜੈਕਟ 'ਤੇ ਛਪੀਆਂ ਸਾਰੀਆਂ ਕਿਤਾਬਾਂ ਦੇ ਨਾਮ ਨਹੀਂ ਪਤਾ ਲੱਗਦੇ। ਨਾਮ ਪਤਾ ਲੱਗ ਜਾਣ ਇਹ ਨਹੀਂ ਪਤਾ ਲੱਗਦਾ ਮਿਲਣਗੀਆਂ ਕਿੱਥੋਂ, ਅਤੇ ਇਹ ਵੀ ਪਤਾ ਕਰ ਲਓ ਤਾਂ ਉੱਥੇ ਲਿਆਓ ਕਿਵੇਂ। ਕੁਝ ਕਿਤਾਬਾਂ ਦੀ ਲਿਸਟ ਮੈਂ ਆਪਣੀ ਲਾਇਬ੍ਰੇਰੀ ਵਾਲਿਆਂ ਨੂੰ ਮੰਗਵਾਉਣ ਲਈ ਦਿੱਤੀ ਸੀ ਅਤੇ ਉਹਨਾਂ ਦੱਸਿਆ ਇਸ ਸਾਲ ਦੇ ਫੰਡ ਮੁੱਕ ਚੁੱਕੇ ਨੇ ਅਤੇ ਕਿਤਾਬਾਂ ਦੂਸਰੇ ਵਰ੍ਹੇ ਉਦੋਂ ਆਈਆਂ ਜਦੋਂ ਨੂੰ ਮੈਂ ਰਿਸਰਚ ਮੁਕਾ ਚੁੱਕੀ ਸੀ। ਬਾਕੀ ਰਹੀ ਗੱਲ ਥੀਸਿਸ ਅਤੇ ਰੇਅਰ ਬੁੱਕਸ ਦੀ, ਉਹ ਤੁਸੀਂ ਸਿਰਫ ਉਸ ਸ਼ਹਿਰ 'ਚ ਜਾ ਕੇ ਪੜ੍ਹ ਸਕਦੇ ਹੋ। ਜੇ ਉਸ ਸ਼ਹਿਰ ਚਲੇ ਵੀ ਜਾਓ ਪਤਾ ਲੱਗੇਗਾ ਉਹਨਾਂ 'ਚ ਵਿੱਚੋਂ ਕੰਮ ਦੇ ਪੱਤਰੇ ਗਾਇਬ ਹਨ। ਇਹ ਹਾਰਡੀ ਦਾ ਸ਼ਹਿਰ ਹੈ ਨਾ? ਲਾਇਬ੍ਰੇਰੀ 'ਚ ਲੱਗੀ ਹਾਰਡੀ ਦੀ ਤਸਵੀਰ ਵੱਲ ਝਾਕ ਕੇ ਮੈਂ ਆਖਿਆ। ਗੁਰਮੁਖ ਸਿੰਘ ਹੋਰਾਂ ਨੇ ਇੱਕ ਪਾਸੇ ਹੱਥ ਕਰਕੇ ਦੱਸਿਆ, ਦੁਨੀਆ 'ਚ ਹਾਰਡੀ ਦੀਆਂ ਕਿਤਾਬਾਂ ਦੀਆਂ ਜਿੰਨੀਆਂ ਐਡੀਸ਼ਨਾਂ ਛਪੀਆਂ ਉਹਨਾਂ ਸਭ ਦੀਆਂ ਕਾਪੀਆਂ ਇੱਥੇ ਹਨ। ਦੁਨੀਆ ਦੀ ਕਿਸੇ ਵੀ ਬੋਲੀ 'ਚ ਜੋ ਹਾਰਡੀ ਦੀ ਜਾਂ ਹਾਰਡੀ ਉੱਤੇ ਜਿਹੜੀ ਵੀ ਕਿਤਾਬ ਛਪਦੀ ਹੈ ਉਹਦੀ ਕਾਪੀ ਇੱਥੇ ਆ ਜਾਂਦੀ ਹੈ। ਹਾਰਡੀ ਦੀਆਂ ਕਿਤਾਬਾਂ ਦੇ ਜਿੰਨੇ ਹੋਰਨਾਂ ਬੋਲੀਆਂ 'ਚ ਤਰਜਮੇ ਛਪੇ ਹੈ ਉਹਨਾਂ ਸਭਨਾਂ ਦੀਆਂ ਕਾਪੀਆਂ ਵੀ ਉੱਥੇ ਪਈਆਂ ਹਨ। ਗੁਰਮੁਖ ਸਿੰਘ ਹੋਰਾਂ ਹਾਰਡੀ ਦੀ ਟੈਸ ਦਾ ਪੰਜਾਬੀ ਅਨੁਵਾਦ ਮੈਨੂੰ ਉਸ ਅਲਮਾਰੀ 'ਚੋਂ ਕੱਢ ਕੇ ਵਿਖਾਇਆ ਜਿੱਥੇ ਜਰਮਨ, ਫਰੈਂਚ, ਚੀਨੀ, ਜਾਪਾਨੀ ਹੋਰ ਅਨੇਕਾਂ ਅਨੁਵਾਦ ਪਏ ਸਨ। ਹਾਰਡੀ ਉੱਪਰ ਲਿਖੇ ਥੀਸਿਸ ਮਾਈਕਰੋ ਫਿਲਮਾਂ ਦੇ ਰੂਪ 'ਚ ਉਹਨਾਂ ਮੈਨੂੰ ਵਿਖਾਏ ਅਤੇ ਉਹਨਾਂ 'ਚ ਹਾਰਡੀ ਦੀਆਂ ਨਾਇਕਾਵਾਂ ਉੱਤੇ ਲਿਖੇ ਕਿਸੇ ਕੁੜੀ ਦੇ ਥੀਸਿਸ ਵੱਲ ਖਾਸ ਧਿਆਨ ਦਿਵਾਇਆ। ਲਾਇਬ੍ਰੇਰੀ ਦੀਆਂ ਬਾਕੀ ਚੀਜ਼ਾਂ ਵੀ ਵਿਖਾਈਆਂ ਅਤੇ ਦੱਸਿਆ ਕਿ ਦੁਨੀਆ ਦੀ ਅਜਿਹੀ ਕੋਈ ਗੱਲ ਨਹੀਂ ਜਿਸ ਸੰਬੰਧੀ ਅਸੀਂ ਨਾ ਦੱਸ ਸਕੀਏ। ਤੁਹਾਨੂੰ ਦੱਸਾਂ, ਇੱਕ ਦਿਨ ਇੱਕ ਆਦਮੀ ਆਇਆ ਕਿ ਰਾਤੀ ਸੁਪਨੇ 'ਚ ਮੇਰੀ ਘਰਵਾਲੀ ਕਵਿਤਾ ਦੀ ਅੱਧੀ ਲਾਈਨ ਬੋਲ ਰਹੀ ਸੀ। ਸਵੇਰੇ ਉਹਨੂੰ ਯਾਦ ਨਹੀਂ ਸੀ ਕਿ ਉਹਨੇ ਕੀ ਬੋਲਿਆ ਸੀ। ਤੁਸੀਂ ਲੱਭ ਸਕੋਗੇ ਕਿ ਉਹ ਕਿਹਦੀ ਕਵਿਤਾ ਸੀ, ਅਤੇ ਅਸੀਂ ਉਹਨੂੰ ਲੇਖਕ ਵੀ ਅਤੇ ਉਹ ਕਵਿਤਾ ਵੀ ਲੱਭ ਦਿੱਤੀ। ਅਸਲ 'ਚ ਇੱਕ ਲਾਇਬ੍ਰੇਰੀਅਨ ਦਾ ਫਰਜ਼ ਬਣਦਾ ਹੈ ਕਿ ਜਿਸ ਸੈਕਸ਼ਨ ਦਾ ਉਹ ਇੰਚਾਰਜ ਹੈ ਉਸ ਸੰਬੰਧੀ ਉਹ ਸਾਰਾ ਕੁਝ ਜਾਣਦਾ ਹੋਵੇ। ਕਮਾਲ ਹੈ, ਮੈਂ ਕਿਹਾ। ਫਰਜ਼ ਕਰੋ ਹਾਰਡੀ ਅੱਜ ਜਿਉਂਦਾ ਹੋਵੇ ਅਤੇ ਤੁਸੀਂ ਉਹਨੂੰ ਮਿਲਣ ਚਲੇ ਜਾਓ। ਇੰਨਾ ਹੀ ਆਖੋਗੇ ਤੁਸੀਂ ਪਟਿਆਲੇ ਤੋਂ ਆਏ ਹੋ। ਆ ਕੇ ਗੁਰਮੁਖ ਸਿੰਘ ਹੋਰੀ ਇੱਕ ਮੋਟੀ ਸਾਰੀ ਕਿਤਾਬ ਚੁੱਕ ਲਿਆਏ। ਦੱਸਣ ਲੱਗੇ, ਇਸ ਕਿਤਾਬ 'ਚ ਹਾਰਡੀ ਪਟਿਆਲੇ ਬਾਰੇ ਸਭ ਕੁਝ ਜਾਣ ਸਕਦਾ। ਮੈਂ ਦੇਖਿਆ ਵਾਕਈ ਪਟਿਆਲੇ ਬਾਰੇ ਉਹ ਕੁਝ ਦੱਸਿਆ ਹੋਇਆ ਸੀ ਜੋ ਪਟਿਆਲੇ ਰਹਿੰਦੇ ਲੋਕ ਵੀ ਪੂਰੀ ਤਰ੍ਹਾਂ ਨਹੀਂ ਸੀ ਜਾਣਦੇ। ਹੁਣ ਤੁਹਾਡਾ ਨਾਮ ਵੀ ਵਿਖਾਵਾਂ? ਮੈਂ ਹੈਰਾਨ ਜਿਹੀ ਹੋ ਗਈ। ਗੁਰਮੁਖ ਸਿੰਘ ਹੋਰੀ ਅੰਦਰੋਂ ਇੱਕ ਹੋਰ ਕਿਤਾਬ ਚੁੱਕ ਲਿਆਏ ਅਤੇ ਵਰਕੇ ਪਲਟਦੇ ਬੋਲੇ, ਇਹ ਕਿਤਾਬ ਹੈ ਜਿਸ 'ਚ ਸੰਸਾਰ ਦੀਆਂ ਸਾਰੀਆਂ ਯੂਨੀਵਰਸਿਟੀਆਂ ਸੰਬੰਧੀ ਜੋ ਜਾਣਨਾ ਚਾਹੋ ਜਾਣ ਸਕਦੇ ਹੋ। ਅਤੇ ਇਹਨਾਂ ਨੇ ਉਹ ਵਰਕਾ ਲੱਭ ਲਿਆ ਜਿੱਥੇ ਹਿੰਦੁਸਤਾਨ, ਪੰਜਾਬ ਯੂਨੀਵਰਸਿਟੀ, ਮੇਰਾ ਡਿਪਾਰਟਮੈਂਟ ਅਤੇ ਫਿਰ ਮੇਰਾ ਨਾਮ ਲਿਖਿਆ ਸੀ। ਦੇਖਿਆ ਭੈਣ ਜੀ, ਇਹ ਇੱਕ ਰਾਜਪੁਰੇ ਜਿੰਨੇ ਇੱਕ ਨਿੱਕੇ ਜਿਹੇ ਸ਼ਹਿਰ ਦੀ ਲਾਇਬ੍ਰੇਰੀ ਹੈ। ਹਰਚੰਦ ਨੇ ਹੱਸ ਕੇ ਕਿਹਾ, ਤੁਸੀਂ ਲੋਕ ਤਾਂ ਕਿਸਮਤ ਵਾਲੇ ਹੋ। 100 ਸਾਲ ਦਾ ਫਾਸਲਾ ਜਹਾਜ਼ ਚੜ੍ਹ ਕੇ ਕੁਝ ਘੰਟਿਆਂ 'ਚ ਹੀ ਲੰਘ ਆਏ। ਉੱਥੇ ਤਾਂ ਲੋਕਾਂ ਦੀਆਂ ਕਈ ਪੁਸ਼ਤਾਂ ਲੱਗ ਜਾਣਗੀਆਂ ਇੱਥੇ ਪਹੁੰਚਣ ਨੂੰ। ਮੈਂ ਹਰਚੰਦ ਨੂੰ ਕਿਹਾ, ਇੱਥੋਂ ਦੇ ਲੋਕਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ ਭੈਣ ਜੀ, ਭਾਵੇਂ ਹੋਰ ਤਰ੍ਹਾਂ ਦੀਆਂ ਨੇ। ਵਿਖਾਵਾਂਗੇ ਉਹ ਵੀ ਤੁਹਾਨੂੰ। ਲਾਇਬ੍ਰੇਰੀ ਤੋਂ ਬਾਹਰ ਆਉਂਦਿਆਂ ਹਰਚੰਦ ਨੇ ਆਖਿਆ, ਇੱਥੇ ਰਹਿੰਦੇ ਵੀ ਬਥੇਰੇ ਲੋਕ ਇੱਕ ਸਦੀ ਪਿੱਛੇ ਜਿਉਂਦੇ ਨੇ। ਮਿਸਟਰ ਵਾਲੀਆ ਬੋਲੇ, ਅਸਲ 'ਚ ਬਹੁਤੇ ਲੋਕਾਂ ਨੂੰ ਇਹੀ ਨਹੀਂ ਪਤਾ ਹੁੰਦਾ ਜਿਉਣਾ ਹੁੰਦਾ ਕੀ ਹੈ। ਹਰਚੰਦ ਨੇ ਜਦੋਂ ਆਖਿਆ ਮੈਂ ਉਹਦੇ ਮੂੰਹ ਵੱਲ ਤੱਕਦੀ ਰਹੀ। ਸੋਚਿਆ ਇਹਨੂੰ ਇਹ ਗੱਲਾਂ ਕਿਵੇਂ ਸਮਝ ਆਉਣ ਲੱਗ ਪਈਆਂ। ਸਾਰਾ ਦਿਨ ਹਾਸਾ ਠੱਠਾ ਅਤੇ ਕਦੇ ਕਰੂੜ ਜਿਹਾ ਮਜ਼ਾਕ ਕਰਦਾ, ਰੱਜ ਕੇ ਪੀਂਦਾ, ਰੱਜ ਕੇ ਖਾਂਦਾ, ਰੱਜ ਕੇ ਸੌਂਦਾ। ਉਹ ਇੱਕ ਆਮ ਬੰਦਾ ਜਾਪਦਾ ਸੀ, ਪਰ ਨਹੀਂ, ਸੁਣਿਆ ਉਹ ਕਵਿਤਾ ਵੀ ਲਿਖਦਾ ਹੁੰਦਾ ਹੈ। ਲਾਇਬ੍ਰੇਰੀ ਤੋਂ ਬਾਹਰ ਆ ਕੇ ਮੈਂ ਇੱਕ ਵਾਰੀ ਫੇਰ ਮੁੜ ਕੇ ਲਾਇਬ੍ਰੇਰੀ ਵੱਲ ਝਾਕੀ। ਘਰ ਪਰਤ ਆਏ, ਆ ਕੇ ਰੋਟੀ ਖਾਧੀ। ਸੁਆਣੀ ਨੇ ਬੜੇ ਉਚੇਚ ਨਾਲ ਰੋਟੀ ਤਿਆਰ ਕੀਤੀ ਸੀ। ਅਜਿਹੀ ਉਚੇਚ ਨਾਲ ਹੀ ਅਜਿਹੀਆਂ ਸੁਆਦੀ ਉਹ ਕਹਾਣੀਆਂ ਲਿਖਦੀ ਹੈ। ਇਸ ਤੋਂ ਪਿੱਛੇ ਸਜੇ ਹੋਏ ਡਰਾਇੰਗ ਰੂਮ 'ਚ ਰੰਗੀਨ ਟੈਲੀਵਿਜ਼ਨ ਅੱਗੇ ਬੈਠੇ ਸਾਰੇ ਲੋਕ ਦੇਸੀਆਂ ਦੀ ਵਲੈਤੀ ਜ਼ਿੰਦਗੀ ਬਾਰੇ ਗੱਲਾਂ ਕਰਦੇ ਰਹੇ, ਲਤੀਫੇ ਸੁਣਾਉਂਦੇ ਰਹੇ। ਲਤੀਫੇ ਅੰਗਰੇਜ਼ੀ ਬੋਲੀ ਦੇ ਦੇਸੀ ਅਰਥਾਂ ਵਾਲੇ ਲਤੀਫੇ ਕਿ ਝੰਡਾ ਸਿੰਘ ਔਰਤ ਅਤੇ ਬੰਤਾ ਸਿਉਂ ਪਿਛਲੇ ਸਾਲ ਦਾ ਹੀ ਔਰਤ ਹੈ। ਲਤੀਫੇ ਕਿ ਇੱਕ ਦੁਆਬਣ ਦੂਜੀ ਨੂੰ ਦੱਸਦੀ ਹੈ ਕਿ ਕੁੜੀ ਨੂੰ ਟੋਇਲਟਾਂ ਲੱਗੀਆਂ ਹੋਈਆਂ ਨੇ। ਲਤੀਫੇ ਕਿ ਅੰਗਰੇਜ਼ ਹਿੰਦੁਸਤਾਨ ਵਿੱਚ ਤਾਂ ਹੋਰ ਹੀ ਅੰਗਰੇਜ਼ੀ ਪੜ੍ਹਾਉਂਦਾ ਰਿਹਾ, ਇੱਥੇ ਦੀ ਅੰਗਰੇਜ਼ੀ ਹੋਰ ਹੀ ਹੈ। ਲਤੀਫੇ ਕਿ ਪੌਂਡ ਦਾ ਗੋਰੀਆਂ ਦਾ ਭਾਅ ਕੀ ਹੈ। ਅਜਿਹੇ ਲਤੀਫਿਆਂ ਦਾ ਉਹਨਾਂ ਕੋਲ ਬੇਸ਼ੁਮਾਰ ਭੰਡਾਰ ਸੀ। ਹਰੇਕ ਲਤੀਫਾ ਹਰੇਕ ਨੂੰ ਆਉਂਦਾ ਸੀ। ਫਿਰ ਵੀ ਉਹ ਲੋਕ ਇੱਕ ਦੂਜੇ ਨੂੰ ਸੁਣਾਉਂਦੇ ਰਹੇ, ਖੁਸ਼ ਹੁੰਦੇ ਰਹੇ। ਕਿਸੇ ਮਨੋਵਿਗਿਆਨੀ ਨੂੰ ਤੁਸੀਂ ਇਹ ਗੱਲ ਦੱਸੋ,
ਉਹ ਇਹਦੇ ਹੋਰ ਹੀ ਅਰਥ ਦੱਸੇਗਾ। ਮੈਂ ਸੁਣਦੀ ਰਹੀ, ਉਹਨਾਂ ਸਾਰਿਆਂ ਦੇ ਮੂੰਹਾਂ ਵੱਲ ਵੇਖਦੀ ਰਹੀ। ਰੱਜੇ ਪੁੱਜੇ, ਚੰਗੀਆਂ ਸਿਹਤਾਂ ਵਾਲੇ ਸੰਤੁਸ਼ਟ ਮੂੰਹ ਜਿਹੜੇ ਲੋਕਾਂ ਦੀਆਂ ਮਜਬੂਰੀਆਂ 'ਤੇ ਹੱਸ ਸਕਦੇ ਸੀ, ਖਿੱਲੀ ਉਡਾ ਸਕਦੇ ਸੀ। ਸ਼ਾਇਦ ਉਹਨਾਂ ਦੀ ਇਹ ਆਪਣੇ ਆਪ ਤੋਂ ਮੁੱਕਰ ਜਾਣ ਦੀ ਕੋਸ਼ਿਸ਼ ਸੀ। ਸ਼ਿਵ ਦੀਆਂ ਗਜ਼ਲਾਂ ਦੀ ਗੱਲ ਤੁਰੀ। ਕੁਝ ਚਿਰ ਸ਼ਿਵ ਦੀਆਂ ਗੱਲਾਂ ਤੁਰੀਆਂ ਹੁੰਦੀਆਂ ਰਹੀਆਂ ਕਿ ਜੇ ਕਿਧਰੇ ਉਹ ਅੰਗਰੇਜ਼ੀ ਜ਼ਬਾਨ ਦਾ ਲੇਖਕ ਹੁੰਦਾ, ਪਰ ਗੱਲ ਜੇ ਦੀ ਸੀ ਨਾ। ਚਾਹ ਨਾਲ ਸ਼ਿਵ ਦੀਆਂ ਗਜ਼ਲਾਂ ਸੁਣੀਆਂ। ਫਿਰ ਲਤੀਫਿਆਂ ਦਾ ਦੌਰ ਚੱਲ ਪਿਆ। ਅਖੀਰ ਕੁੜੀਆਂ ਦੇ ਮੰਗੇਤਰ ਮੰਗਾਉਣ ਦੀ ਖੁੱਲ੍ਹ ਤੇ ਖੁਸ਼ੀ ਦਾ ਪ੍ਰਗਟਾਅ ਸੀ। ਮੈਂ ਸੋਚਦੀ ਰਹੀ, ਹਾਰਡੀ ਦਾ ਘਰ ਦੇਖਣ ਜਾਣ ਨੂੰ ਕੋਈ ਕਿਉਂ ਨਹੀਂ ਆਖ ਰਿਹਾ? ਇਹ ਕੋਈ ਹੋਰ ਗੱਲ ਕਿਉਂ ਨਹੀਂ ਕਰਦੇ? ਆਪਣੀ ਗੱਲ। ਇਹਨਾਂ ਸਭਨਾਂ ਨੂੰ ਹਰ ਵੇਲੇ ਆਪਣੇ ਆਪ ਨੂੰ ਇਉਂ ਭੁੱਲੀ ਰੱਖਣ ਦੀ ਐਡੀ ਲੋੜ ਕਿਉਂ ਹੈ? ਇਹ ਤਾਂ ਪੜ੍ਹਨ ਲਿਖਣ ਵਾਲਿਆਂ ਦਾ ਘਰ ਸੁਣੀਂਦਾ ਸੀ। ਕੋਈ ਆਪਣੀ ਕਹਾਣੀ ਸੁਣਾਓ, ਮੈਂ ਸੁਆਣੀ ਨੂੰ ਆਖਿਆ। ਉਹਨੇ ਕਹਾਣੀ ਸੁਣਾਈ ਕਿ ਮੈਂਟਲ ਹਸਪਤਾਲ 'ਚ ਜਿੱਥੇ ਮੈਂ ਕੰਮ ਕਰਦੀ ਹਾਂ, ਉੱਥੋਂ ਦੀ ਇਹ ਸੱਚੀ ਕਹਾਣੀ ਹੈ। ਕਹਾਣੀਆਂ ਦਾ ਮੈਟਰ ਤਾਂ ਮੇਰੇ ਕੋਲ ਕਈਆਂ ਦਾ ਹੈ, ਕਿਉਂਕਿ ਮੈਂ ਮਰੀਜ਼ਾਂ ਦੀਆਂ ਫਾਈਲਾਂ ਪੜ੍ਹਦੀ ਰਹਿੰਦੀ ਹਾਂ, ਪਰ ਲਿਖਣ ਲਈ ਵਕਤ ਨਹੀਂ ਮਿਲਦਾ। ਸਵੇਰੇ 8 ਵਜੇ ਕੰਮ 'ਤੇ ਨਿਕਲ ਜਾਂਦੀ ਹਾਂ, ਆਥਣੇ 5 ਵਜੇ ਮੁੜ ਕੇ ਆਈਦਾ ਅਤੇ ਆਉਂਦਿਆਂ ਨੂੰ ਘਰ ਦਾ ਸਾਰਾ ਕੰਮ ਪਿਆ ਹੁੰਦਾ। ਇਹ ਵੀ ਕਰਵਾਉਂਦੇ ਨੇ ਨਾਲ, ਫਿਰ ਵੀ ਥੋੜ੍ਹਾ ਥੋੜ੍ਹਾ ਕਰਕੇ ਵੀ ਬਹੁਤ ਹੋ ਜਾਂਦਾ। ਨਾਲੇ ਇੱਥੇ ਹਿੰਦੁਸਤਾਨ ਵਾਂਗ ਤਾਂ ਹੈ ਨਹੀਂ ਵੀ ਜੇ ਨੌਕਰ ਨਹੀਂ ਵੀ ਤਾਂ ਵੀ ਕੱਪੜੇ ਧੋਬੀ ਧੋ ਦੇਵੇਗਾ, ਕਮਰੇ ਜਮਾਦਾਰ ਨਹੀਂ ਸਾਫ਼ ਕਰ ਦੇਵੇਗੀ, ਭਾਂਡੇ ਮਾਈ ਮਾਂਜ ਦਊਗੀ। ਇੱਥੇ ਤਾਂ ਸਭ ਕੁਝ ਆਪ ਹੀ ਕਰਨਾ ਪੈਂਦਾ। ਹਾਂ, ਇਹ ਗੱਲ ਹੈ ਵੀ ਕੰਮ ਸਾਰੇ ਹੱਥੀਂ ਨਹੀਂ ਕਰਨੇ ਪੈਂਦੇ, ਮਸ਼ੀਨਾਂ ਨੇ। ਫਿਰ ਵੀ ਵਕਤ ਨਹੀਂ ਮਿਲਦਾ ਲਿਖਣ ਪੜ੍ਹਨ। ਮੈਨੂੰ ਲੱਗਿਆ ਵਿਚਾਰੀ ਸੁਆਣੀ ਸੱਚੀ ਸੀ। ਪੜ੍ਹਨਾ ਲਿਖਣਾ ਬੜੀ ਸਾਧਨਾ ਮੰਗਦਾ ਹੈ। ਤਦ ਹੀ ਤਾਂ ਸਾਡੇ ਰਿਸ਼ੀ ਮੁਨੀ ਸਭ ਕੁਝ ਛੱਡ ਛਡਾ ਕੇ ਜੰਗਲਾਂ 'ਚ ਚਲੇ ਜਾਂਦੇ ਸੀ। ਸ਼ਿਸ਼ ਵੀ 12-12 ਸਾਲ, 15-15 ਸਾਲ ਉੱਥੇ ਗੁਰੂ ਕੋਲ ਬਨ ਵਿੱਚ ਹੀ ਰਹਿੰਦੇ ਸੀ। ਪਰ ਅੱਜ ਦੀ ਪੜ੍ਹਾਈ ਅਸੀਂ ਪੜ੍ਹਦੇ ਲਿਖਦੇ ਕਿੱਥੇ ਹਾਂ? ਸਿਰਫ ਇਨਫੋਰਮੇਸ਼ਨ ਤੱਕ ਹੀ ਰਹਿ ਜਾਂਦੇ ਹਾਂ। ਨਹੀਂ ਤਾਂ ਮੈਂ ਸੋਚਦੀ ਰਹੀ। ਕੱਲ੍ਹ ਦੀ ਨੀਂਦ ਪੂਰੀ ਕਰਨ ਲਈ ਅੱਜ ਸਭ ਛੇਤੀ ਸੌਂ ਗਏ। ਹਾਂ, ਇਹ ਹਾਰਡੀ ਦਾ ਪਿੰਡ ਹੈ। ਮੈਂ ਹਾਰਡੀ ਦੇ ਪਿੰਡ ਆਈ ਹੋਈ ਹਾਂ। ਸਭ ਦੇ ਸੁੱਤਿਆਂ ਬਾਰੀ 'ਚੋਂ ਦੂਰ ਦੂਰ ਤੱਕ ਬਾਹਰ ਦੇਖਦਿਆਂ ਮੈਂ ਆਪਣੇ ਆਪ ਨੂੰ ਆਖਿਆ। ਅਗਲੀ ਸਵੇਰ ਮੈਂ ਫਿਰ ਯਾਦ ਕਰਵਾਇਆ, ਆਪਾਂ ਹਾਰਡੀ ਦਾ ਘਰ ਵੇਖਣ ਜਾਣਾ ਹੈ। ਉਹ ਤਾਂ ਨੇੜੇ ਹੀ ਹੈ, ਜਦ ਕਹੋਗੇ ਚਲੇ ਚੱਲਾਂਗੇ। ਅੱਜ ਦਿਨ ਬੜਾ ਸੋਹਣਾ ਹੈ, ਧੁੱਪ ਹੈ, ਪਹਿਲੇ ਬੀਚ 'ਤੇ ਚੱਲੀਏ? ਗੁਰਮੁਖ ਹੋਰਾਂ ਨੇ ਆਖਿਆ। ਸਾਰਿਆਂ ਨੇ ਹਾਮੀ ਭਰੀ। ਬੀਚ 'ਤੇ ਆ ਗਏ। ਮੈਂ ਪਹਿਲੀ ਵਾਰੀ ਸਮੁੰਦਰ ਵੇਖਿਆ। ਸਮੁੰਦਰ ਜਿਸ 'ਚ ਨਿੱਤ ਸੂਰਜ ਡੁੱਬਦਾ ਅਤੇ ਜਿਸ 'ਚੋਂ ਨਿੱਤ ਸੂਰਜ ਚੜ੍ਹਦਾ। ਸਮੁੰਦਰ ਜਿਸ 'ਚ ਜ਼ਹਿਰੀਲੇ ਜਾਨਵਰ ਵੀ ਹਨ ਅਤੇ ਸੁੱਚੇ ਮੋਤੀ ਵੀ। ਸਮੁੰਦਰ ਜਿਸ 'ਚ ਜਲ ਪਰੀਆਂ ਰਹਿੰਦੀਆਂ ਹਨ ਅਤੇ ਜਿਨ੍ਹਾਂ ਦੇ ਗੀਤ ਸੁਣ ਕੇ ਮਲਾਹ ਰਾਹ ਭੁੱਲ ਜਾਂਦੇ ਨੇ। ਜਹਾਜ਼ਾਂ ਨੂੰ ਡੋਬ ਦੇਣ ਵਾਲਾ ਅਤੇ ਜਹਾਜ਼ਾਂ ਨੂੰ ਪਾਰ ਲਾ ਦੇਣ ਵਾਲਾ ਸਮੁੰਦਰ। ਜਿਸ ਸਮੁੰਦਰ ਨੂੰ ਦੇਵਤਿਆਂ ਅਤੇ ਦੈਂਤਾਂ ਨੇ ਜਦੋਂ ਰਿੜਕਿਆ ਸੀ ਤਾਂ ਵਿੱਚੋਂ ਜ਼ਹਿਰ ਨਿਕਲੀ ਸੀ ਅਤੇ ਅੰਮ੍ਰਿਤ ਵੀ। ਉਸੇ ਸਮੁੰਦਰ ਦੇ ਕੰਢੇ 'ਤੇ ਮੈਂ ਖੜੀ ਸੀ। ਪਲ ਦੇ ਪਲ ਲਈ ਮੈਂ ਆਪਣਾ ਆਪ ਭੁੱਲ ਗਈ। ਸਮੁੰਦਰ ਦੀ ਅਨੰਤਤਾ ਅਤੇ ਮਨੁੱਖ ਦੀ ਤੁੱਛਤਾ ਦੇ ਵਿਚਕਾਰ ਕਿਧਰੇ ਮੈਂ ਗੁਆਚ ਗਈ ਸੀ। ਆਪਣੇ ਮੱਥੇ ਨੂੰ ਖੱਬੇ ਹੱਥ ਦੀਆਂ ਉਂਗਲਾਂ ਨਾਲ ਛੋਹ ਕੇ ਵੇਖਿਆ, ਤਪ ਰਿਹਾ ਸੀ। ਜਦੋਂ ਕਿਸੇ ਨੂੰ ਵਧੇਰੇ ਠੰਡ ਮਹਿਸੂਸ ਹੁੰਦੀ, ਹਰਚੰਦ ਆਖਦਾ, ਇਹਨੂੰ ਤਾਂ ਅੰਦਰ ਦਾ ਪਾਲਾ ਮਾਰਦਾ। ਅਤੇ ਮੈਨੂੰ ਲੱਗਿਆ ਸਮੁੰਦਰ ਦੇ ਕੰਢੇ ਖੜੀ ਦਾ ਵੀ ਜੇ ਮੱਥਾ ਤਪਦਾ ਹੈ, ਇਹ ਕੋਈ ਅੰਦਰ ਦਾ ਤਾ ਹੀ ਹੋ ਸਕਦਾ। ਬੱਚੇ ਪਾਣੀ 'ਚ ਨਹਾਉਣ ਲੱਗ ਪਏ। ਮੈਂ ਵੀ ਸਲਵਾਰ ਦੇ ਪਹੁੰਚੇ ਟੁੰਗ ਕੇ ਪਾਣੀ 'ਚ ਉਤਰਨ ਲੱਗੀ। ਗੈਰ ਗੰਭੀਰ ਸਮੁੰਦਰ 'ਚ ਹਲਕੀਆਂ ਬੇਪਰਵਾਹ ਲਹਿਰਾਂ ਉੱਠ ਰਹੀਆਂ ਸਨ। ਕੁਝ ਕਦਮ ਪੁੱਟ ਕੇ ਹੀ ਪਾਣੀ ਗੋਡਿਆਂ ਤੀਕ ਆ ਗਿਆ। ਭੈਣ ਜੀ, ਅੱਗੇ ਨਾ ਜਾਇਓ, ਮਿਸਿਸ ਵਾਲੀਆ ਨੇ ਆਵਾਜ਼ ਦਿੱਤੀ। ਆਵਾਜ਼ ਪਾਣੀ ਦੀ ਲਹਿਰ ਵਾਂਗ ਮੇਰੇ ਜ਼ਹਿਨ ਨੂੰ ਭਿਉਂ ਕੇ ਲੰਘੀ ਅਤੇ ਮੈਂ ਜ਼ਰਾ ਕੁ ਘਬਰਾ ਗਈ, ਜਿਵੇਂ ਮੇਰੀ ਚੋਰੀ ਫੜੀ ਗਈ ਹੋਵੇ। ਕਿਉਂਕਿ ਇਸ ਵੇਲੇ ਮੈਂ ਸੋਚ ਰਹੀ ਸੀ, ਕਿੰਨੀ ਸ਼ਾਂਤੀ ਹੈ ਸਮੁੰਦਰ ਦੇ ਪਾਣੀਆਂ 'ਚ, ਅਤੇ ਬੰਦਾ ਇਉਂ ਸਮੁੰਦਰ 'ਚ ਤੁਰਦਾ ਤੁਰਦਾ ਜ਼ਿੰਦਗੀ ਦੇ ਪਾਰ ਵੀ ਲੰਘ ਸਕਦਾ ਹੈ। ਅਤੇ ਮੈਨੂੰ ਯਾਦ ਆਇਆ ਵਰਜੀਨੀਆ ਵੁਲਫ, ਜਾਂ ਸ਼ਾਇਦ ਉਹ ਕੈਥਰੀਨ ਮੈਨਸਫੀਲਡ ਸੀ, ਜਿਹੜੀ ਇਉਂ ਹੀ ਇੱਕ ਦਿਨ ਤੁਰਦੀ ਤੁਰਦੀ ਸਮੁੰਦਰ 'ਚ ਗੁਆਚ ਗਈ ਸੀ। ਜ਼ਿੰਦਗੀ ਦੀ ਤਪਸ਼ ਤੋਂ ਘਬਰਾ ਕੇ ਸਮੁੰਦਰ ਦੇ ਪਾਣੀਆਂ 'ਚ ਪਨਾਹ ਢੂੰਡਦੀ। ਉਹਦੇ ਮਨ 'ਚ ਇਉਂ ਹੀ ਕੁਝ ਆਇਆ ਹੋਣਾ ਹੈ। ਭੈਣ ਜੀ, ਰੈਡੀ? ਹਰਚੰਦ ਤਸਵੀਰ ਖਿੱਚ ਰਿਹਾ ਸੀ। ਮੈਂ ਘਬਰਾ ਜੀ ਗਈ। ਮਤਾਂ ਜੋ ਕੁਝ ਮੇਰੇ ਅੰਦਰ ਸੀ ਮੂੰਹ 'ਤੇ ਆ ਗਿਆ ਹੋਵੇ। ਹੱਸ ਪਈ। ਚਲੋ ਸਮੁੰਦਰ ਉੱਧਰੋਂ ਪਹਾੜ ਦੇ ਉੱਪਰੋਂ ਵੇਖੀਏ, ਮਿਸਟਰ ਵਾਲੀਆ ਨੇ ਕਿਹਾ। ਮੈਂ ਗਰਦਨ ਨੂੰ ਛੰਡਿਆ। ਸਾਰੀਆਂ ਸੋਚਾਂ ਝਾੜ ਕੇ ਵਰਤਮਾਨ 'ਚ ਮੁੜਨ ਦੀ ਕੋਸ਼ਿਸ਼ ਕਰਦਿਆਂ ਪਹਾੜੀ ਉੱਪਰ ਚੜ੍ਹਨਾ ਸ਼ੁਰੂ ਕਰ ਦਿੱਤਾ। ਪਹਾੜ, ਪਹਾੜੀਆਂ, ਘਰ, ਸੜਕਾਂ, ਅਸਮਾਨ, ਲੋਕ, ਇਹ ਸਭ ਕੁਝ ਕਿੰਨਾ ਨਾਲ ਨਾਲ ਸੀ, ਕਿੰਨਾ ਖੁਸ਼ਗਵਾਰ ਸੀ। ਪਹਾੜੀ ਦੇ ਉੱਪਰੋਂ ਸਮੁੰਦਰ ਹੋਰ ਦੂਰ ਦੂਰ ਤੱਕ ਦਿਸਦਾ ਸੀ। ਪਹਾੜ ਦੀ ਸਮੁੰਦਰ ਵੱਲ ਸਿੱਧੀ ਢਲਾਈ ਸੀ, ਜਿਸ ਵੱਲ ਝਾਕਿਆਂ ਭੈ ਲੱਗਦਾ ਸੀ। ਇੱਕ ਥਾਂ ਸਮੁੰਦਰ ਨੇ ਪਹਾੜ ਤੋੜ ਕੇ ਵਿੱਚ ਹੀ ਰਾਹ ਬਣਾ ਲਿਆ ਸੀ ਉਰਲੇ ਪਾਸੇ ਆਉਣ ਲਈ, ਅਤੇ ਪਾਣੀ ਤੇ ਪਹਾੜ ਦੀ ਟੱਕਰ 'ਚ ਪਹਾੜ ਹਾਰ ਗਿਆ ਸੀ। ਅਤੇ ਇਸ ਸਾਰੀ ਗੱਲ ਰਾਹੀਂ ਕੁਦਰਤ ਨਾ ਜਾਣੇ ਕਿਹਨੂੰ ਕੀ ਸੁਨੇਹਾ ਦੇ ਰਹੀ ਸੀ। ਦੂਰ ਹੇਠਾਂ ਸਮੁੰਦਰ 'ਚ ਕਿਸ਼ਤੀਆਂ ਸਨ, ਕਿਸ਼ਤੀਆਂ 'ਚ ਲੋਕ ਸਨ, ਅਤੇ ਉੱਪਰ ਪਹਾੜ 'ਤੇ ਖੜੀ ਮੈਂ ਦੇਖ ਰਹੀ ਸੀ। ਕਣੀਆਂ ਲਹਿ ਪਈਆਂ। ਮੈਂ ਯਾਦ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਕੌਣ ਹਾਂ?
ਏਡੀ ਖੂਬਸੂਰਤੀ 'ਚ ਕੋਈ ਵੀ ਕਿਉਂ ਗਵਾਚ ਸਕਦਾ ਹੈ। ਪਿਛਾਂਹ ਪਰਤ ਕੇ ਪਹਾੜ ਦੇ ਪੈਰਾਂ 'ਚ ਬੈਠ ਕੇ ਅਸੀਂ ਰੋਟੀ ਖਾਧੀ। ਸ਼ਰਫ ਨੇ ਤਸਵੀਰਾਂ ਖਿੱਚੀਆਂ। ਸੁਣਿਆ ਸੀ ਸ਼ਰਫ ਤਸਵੀਰਾਂ ਖਿੱਚਣ 'ਚ ਕਮਾਲ ਕਰਦਾ ਹੈ, ਪਰ ਮੈਨੂੰ ਖਿਆਲ ਆਇਆ ਸ਼ੁਕਰ ਹੈ ਅਜੇ ਉਹ ਕੈਮਰਾ ਨਹੀਂ ਬਣਿਆ ਜਿਹੜਾ ਤੁਹਾਡੀਆਂ ਸੋਚਾਂ ਦੀ ਵੀ ਤਸਵੀਰ ਖਿੱਚ ਸਕੇ, ਨਹੀਂ ਤਾਂ ਇਹਨਾਂ ਨੂੰ ਪਤਾ ਲੱਗ ਜਾਣਾ ਸੀ ਕਿ ਏਡੇ ਮੋਹ ਵਾਲੇ ਬੰਦਿਆਂ ਦੇ ਨਾਲ ਏਡੀ ਖੂਬਸੂਰਤੀ ਦੇ ਵਿਚਕਾਰ ਮੈਨੂੰ ਸਮੁੰਦਰ 'ਚ ਡੁੱਬ ਜਾਣ ਦਾ ਖਿਆਲ ਕਿਉਂ ਆਇਆ ਸੀ। ਤੇ ਇੱਥੋਂ ਤੁਰ ਕੇ ਅਸੀਂ ਸਵਾਨੇਜ ਬੀਚ 'ਤੇ ਗਏ। ਬੀਚ 'ਤੇ ਜਿਵੇਂ ਮੇਲਾ ਲੱਗਿਆ ਸੀ। ਕੁਝ ਲੋਕ ਨਹਾ ਰਹੇ ਸੀ, ਕੁਝ ਪਿੰਡੇ ਸੁਕਾ ਰਹੇ ਸੀ, ਕੁਝ ਆ ਰਹੇ ਸੀ, ਕੁਝ ਜਾ ਰਹੇ ਸੀ, ਕੁਝ ਇਸ ਸਭ ਕਾਸੇ ਨੂੰ ਸਿਰਫ ਦੇਖ ਹੀ ਰਹੇ ਸੀ। ਤੀਵੀਆਂ ਮਰਦਾਂ ਦੇ ਨਹਾਉਣ ਲਈ ਇੱਥੇ ਪਟਿਆਲੇ ਦੇ ਦੁੱਖ ਨਿਵਾਰਨ ਵਾਂਗ ਵੱਖਰੇ ਵੱਖਰੇ ਪੌਣੇ ਨਹੀਂ ਬਣੇ ਹੋਏ। ਔਰਤ ਮਰਦ ਦੇ ਭੇਦ ਤੋਂ ਇਹ ਲੋਕ ਚੇਤੰਨ ਹੋ ਕੇ ਨਹੀਂ ਜਿਉਂਦੇ, ਇਸੇ ਲਈ ਇੱਕ ਦੂਜੇ ਦੇ ਕੱਜੇ, ਅੱਧ ਕੱਜੇ, ਅਣਕੱਜੇ ਜਿਸਮਾਂ ਵਾਲੇ ਹਾਬੜਿਆਂ ਵਾਂਗ ਨਹੀਂ ਝਾਕਦੇ। ਨੀਰਜਾ ਨੇ ਇੱਕ ਗੋਰੀ ਕੁੜੀ ਪਿੰਡੇ 'ਤੇ ਲੋਸ਼ਨ ਮਲਦੀ ਵਿਖਾਈ ਜੋ ਆਪਣਾ ਰੰਗ ਕੁਝ ਕਾਲਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇੱਥੇ ਵੀ ਖੂਬਸੂਰਤੀ 'ਚ ਸ਼ਾਮਲ ਹੈ। ਨਰੋਏ ਖੂਬਸੂਰਤ ਜਿਸਮ, ਖਿੜੇ ਮੂੰਹ, ਜਿਵੇਂ ਕੋਈ ਰੰਗ ਬਿਰੰਗੇ ਬੇਸ਼ੁਮਾਰ ਫੁੱਲਾਂ 'ਚ ਆ ਗਿਆ ਹੋਵੇ। ਵਿੱਚ ਹੀ ਨੱਚਦੇ ਟੱਪਦੇ ਬੱਚੇ ਫਿਰ ਰਹੇ ਸਨ। ਕੋਈ ਉਹਨਾਂ ਨੂੰ ਕਿਸੇ ਪਾਸਿਓਂ ਰੋਕ ਨਹੀਂ ਸੀ ਰਿਹਾ, ਸੰਭਾਲ ਨਹੀਂ ਸੀ ਰਿਹਾ, ਵਰਜ ਨਹੀਂ ਸੀ ਰਿਹਾ। ਅੱਜ ਦੀ ਅਖਬਾਰ 'ਚ ਮੈਂ 14 ਸਾਲ ਦੀ ਜਰਮਨ ਕੁੜੀ ਦੀ ਫੋਟੋ ਦੇਖੀ ਜੋ ਸਕਾਟਲੈਂਡ 'ਚ ਇਕੱਲੀ ਸੈਰ ਕਰਨ ਆਈ ਹੋਈ ਸੀ। ਕਿਸੇ ਨੇ ਪੁੱਛਿਆ ਤਾਂ ਬੋਲੀ, ਮੈਨੂੰ ਕੋਈ ਡਰ ਨਹੀਂ ਲੱਗਦਾ, ਮੈਂ ਆਪਣੇ ਆਪ ਦੀ ਦੇਖਭਾਲ ਕਰ ਸਕਦੀ ਹਾਂ। ਸੋਚਿਆ, ਮੈਂ ਤਾਂ ਸੁਣਿਆ ਸੀ ਪੱਛਮੀ ਲੋਕ ਜਿਸਮਾਂ ਦੇ ਪੱਖੋਂ ਜਾਂਗਲੀ ਹੁੰਦੇ ਨੇ, ਪਰ ਸ਼ਾਇਦ ਇਹਨਾਂ ਜਾਂਗਲੀ ਲੋਕਾਂ ਦੇ ਵੀ ਕੋਈ ਅਸੂਲ ਨੇ, ਤੇ ਇੱਕ ਅਸੀਂ ਹਾਂ ਪੂਰਬੀ ਲੋਕ ਜੋ ਜਾਂਗਲੀ ਨਹੀਂ ਪਰ ਜਿਨ੍ਹਾਂ ਦੇ ਅਸੂਲ ਕੋਈ ਨਹੀਂ। ਸੱਚ ਕੌੜਾ ਹੈ, ਪਰ ਕੀ 14 ਸਾਲ ਦੀ ਵਿਦੇਸ਼ੀ ਕੁੜੀ ਸਾਡੇ ਦੇਸ਼ 'ਚ ਇਉਂ ਇਕੱਲੀ ਫਿਰ ਸਕਦੀ ਹੈ? ਸਾਹਮਣੇ ਮਸ਼ੀਨ ਸੀ, ਉਸ 'ਚ ਜਿਹੜਾ ਸਿੱਕਾ ਪਾਓਗੇ ਉਸੇ ਦੀ ਭਾਨ ਹੇਠਾਂ ਆ ਜਾਏਗੀ। ਨਾਲ ਹੀ ਇੱਕ ਹੋਰ ਮਸ਼ੀਨ ਸੀ, ਪੈਸੇ ਪਾਓ, ਚਾਹ ਜਾਂ ਕੌਫੀ ਦਾ ਕੱਪ ਹਾਜ਼ਰ ਹੋਏਗਾ। ਲੱਗਿਆ ਇਹਨਾਂ ਲੋਕਾਂ ਨੇ ਤਾਂ ਜਿਵੇਂ ਅਲਾਦੀਨ ਦਾ ਲੈਂਪ ਲੱਭ ਲਿਆ। ਮਸ਼ੀਨ ਹੀ ਕੱਪੜੇ ਧੋ ਦਿੰਦੀ ਹੈ, ਮਸ਼ੀਨ ਹੀ ਘਰ ਸਵਾਰ ਦਿੰਦੀ ਹੈ, ਮਸ਼ੀਨ ਹੀ ਘਾਹ ਕੁਤਰ ਦਿੰਦੀ ਹੈ, ਮਸ਼ੀਨ ਹੀ ਰੋਟੀ ਬਣਾ ਦਿੰਦੀ ਹੈ, ਮਸ਼ੀਨ ਹੀ ਹਜ਼ਾਰਾਂ ਮੀਲ ਦੂਰ ਹੁੰਦਾ ਮੈਚ ਵਿਖਾ ਦਿੰਦੀ ਹੈ। ਇਹ ਤਾਂ ਮਸ਼ੀਨ ਨਾਲ ਬੱਚੇ ਵੀ ਬਣਾ ਲੈਂਦੇ ਆ ਭੈਣ ਜੀ। ਨੀਰਜਾ ਨੇ ਮੇਰਾ ਸਵਾਲ ਜਵਾਬ ਦਿੱਤਾ। ਆਪਾਂ ਚੱਲੀਏ, ਹਾਰਡੀ ਦਾ ਘਰ ਵੇਖਣ ਵੀ ਜਾਣਾ, ਮੈਂ ਆਖਿਆ। ਅਣਮੰਨੇ ਜੇ ਮਨ ਨਾਲ ਸਾਰੇ ਤੁਰ ਪਏ। ਸ਼ਾਇਦ ਉਹਨਾਂ ਨੂੰ ਲੱਗ ਰਿਹਾ ਸੀ ਕਿ ਹਾਰਡੀ ਦਾ ਘਰ ਆਖਰ ਇੱਕ ਘਰ ਹੀ ਹੋਏਗਾ, ਏਡੀ ਵੀ ਕਿਹੜੀ ਗੱਲ ਹੈ। ਕਈ ਮੀਲ ਪਰਤ ਕੇ ਅਸੀਂ ਇੱਕ ਸੜਕ ਉਤਰੇ, ਕਾਰਾਂ ਖੜੀਆਂ ਕਰ ਬੜੇ ਬੜੇ ਪਦਮ ਦੇ ਬਿਰਛਾਂ ਵਿੱਚੋਂ ਦੀ ਲੰਘ ਕੇ ਦੂਰ ਇਕਾਂਤ ਜੰਗਲ 'ਚ ਹਾਰਡੀ ਦੇ ਘਰ ਪਹੁੰਚੇ। ਪਰ ਸਾਡੇ ਪਹੁੰਚਦਿਆਂ 6 ਵੱਜ ਚੁੱਕੇ ਸਨ ਤੇ ਖਾਲੀ ਪਿਆ ਉਹ ਘਰ ਬੰਦ ਹੋ ਚੁੱਕਿਆ ਸੀ। ਆਲੇ ਦੁਆਲੇ ਘੁੰਮ ਕੇ ਖਿੜਕੀਆਂ ਬਾਰੀਆਂ ਵਿੱਚ ਹੀ ਝਾਕ ਕੇ ਬੂਹੇ ਨੂੰ ਹੱਥ ਲਾ ਕੇ ਅਸੀਂ ਉੱਥੋਂ ਪਰਤ ਪਏ। ਅਗਲੀ ਸਵੇਰ ਸਾਰਿਆਂ ਦੀ ਇੱਥੋਂ ਛੇਤੀ ਤੁਰ ਪੈਣ ਦੀ ਸਲਾਹ ਸੀ, ਪਰ ਨੀਰਜਾ ਨਾ ਜਾਣੇ ਕਿਵੇਂ ਸਮਝ ਗਈ ਕਿ ਮੈਂ ਹਾਰਡੀ ਦਾ ਘਰ ਫੇਰ ਵੇਖਣ ਜਾਣਾ ਚਾਹੁੰਦੀ ਹਾਂ। ਬੋਲੀ, ਜ਼ਰਾ ਦੇਰ ਨਾਲ ਚਲੇ ਚੱਲਾਂਗੇ। ਚਲੋ ਇਉਂ ਕਰ ਲੈਂਦੇ ਹਾਂ, ਹਰਚੰਦ ਬੋਲਿਆ। ਅਗਲੇ ਦਿਨ ਹਾਰਡੀ ਦੇ ਘਰ ਜਦੋਂ ਅਸੀਂ ਮੁੜ ਕੇ ਗਏ ਤਾਂ ਮੀਂਹ ਪੈ ਰਿਹਾ ਸੀ। ਫੂਸ ਦੀ ਛੱਤ ਵਾਲਾ 2 ਮੰਜ਼ਿਲਾ ਘਰ ਦੇ ਅੱਗੇ ਫੁੱਲਾਂ ਬੂਟਿਆਂ ਦੀਆਂ ਕਿਆਰੀਆਂ ਤੋਂ ਪਰੇ ਘਣਾ ਜੰਗਲ। ਘਰ ਦੇ ਅੰਦਰ ਹਾਰਡੀ ਦੀਆਂ ਸਭ ਚੀਜ਼ਾਂ ਜਿਉਂਦੀਆਂ ਤਿਉਂ ਪਈਆਂ ਸੀ, ਜਿਵੇਂ ਉਹ ਹੁਣੇ ਇੱਥੋਂ ਉੱਠ ਕੇ ਟੈਸ ਨੂੰ ਮਿਲਣ ਗਿਆ ਹੋਵੇ। ਮੇਰੇ ਨਾਲ ਆਏ ਲੋਕ ਮੇਰੇ ਮਨ ਵਿੱਚੋਂ ਨਾ ਜਾਣੇ ਕਿੱਧਰ ਗਾਇਬ ਹੋ ਗਏ ਤੇ ਇਸ ਵੇਲੇ ਮੈਂ ਹਾਰਡੀ ਦੇ ਰੂਬਰੂ ਖੜੀ ਸੀ। ਲੱਗਿਆ ਇਹ ਥਾਂ, ਇੱਥੋਂ ਦੇ ਲੋਕ, ਖੇਤ, ਜੰਗਲ, ਘਰ ਮੈਂ ਸਭ ਨੂੰ ਜਾਣਦੀ ਹਾਂ। ਟੈਸ ਇੱਥੇ ਹੀ ਕਿਧਰੇ ਰਹਿੰਦੀ ਸੀ। ਉਹਦੀ ਤਕਦੀਰ ਅਜਿਹੀ ਕਿਉਂ ਸੀ ਕਿ ਕੋਈ ਵੀ ਉਸ ਲਈ ਕੁਝ ਨਹੀਂ ਸੀ ਕਰ ਸਕਿਆ। ਜਿਹੜਾ ਉਹਨੂੰ ਪਿਆਰ ਕਰਦਾ ਸੀ ਉਹ ਵੀ ਨਹੀਂ, ਤੇ ਉਹਦਾ ਹਰ ਇੱਕ ਸਿਰ ਕੋਈ ਨਾ ਕੋਈ ਰਿਣ ਹੈ, ਕਰਜ਼ਾ ਹੈ, ਕਿਉਂਕਿ ਉਹ ਦੂਸਰਿਆਂ ਲਈ ਜਿਉਂਦੀ ਸੀ। ਉਹਨੂੰ ਬਸ ਇਉਂ ਹੀ ਜਿਉਣਾ ਹੁੰਦਾ ਸੀ। ਟੈਸ ਨੂੰ ਪੜ੍ਹ ਕੇ ਮੈਂ ਬਹੁਤ ਰੋਈ ਸੀ ਤੇ ਹਾਰਡੀ ਨੇ ਉਸ ਕੁੜੀ ਦਾ ਕਰਜ਼ਾ ਚੁਕਾਇਆ ਸੀ ਉਸ ਬਾਰੇ ਲਿਖ ਕੇ, ਤੇ ਸਾਡੇ ਸਾਰਿਆਂ ਸਿਰ ਉਹ ਕਰਜ਼ਾ ਛੱਡ ਗਈ ਹੈ ਜਿਹੜੇ ਉਸ ਦੁਨੀਆ 'ਚ ਰਹਿੰਦੇ ਹਨ ਜਿੱਥੇ ਅਜਿਹੀਆਂ ਕੁੜੀਆਂ ਦਾ ਇਹ ਹਾਲ ਹੋ ਜਾਂਦਾ। ਘਰਾਂ ਦੇ ਪਲਾਨ ਬਣਾਉਂਦਿਆਂ ਆਰਕੀਟੈਕਟ ਜੋ ਸੀ ਹਾਰਡੀ, ਜਦੋਂ ਉਹਨੇ ਜ਼ਿੰਦਗੀ, ਸੰਸਾਰ, ਸ੍ਰਿਸ਼ਟੀ ਦੇ ਪਲਾਨ ਵੱਲ ਨਜ਼ਰ ਮਾਰੀ ਤਾਂ ਸ਼ਾਇਦ ਉਹਨੂੰ ਲੱਗਿਆ ਰੱਬ ਨੇ ਇਹ ਕੀ ਕੀਤਾ। ਇਹ ਹੀ ਨਹੀਂ ਕੀਤਾ, ਸਗੋਂ ਨੀਲੀਆਂ ਅੱਖਾਂ ਵਾਲੀ ਕੁੜੀ, ਕਾਸਟਰ ਬ੍ਰਿਜ ਦਾ ਮੇਅਰ, ਇਸਟੇਸ਼ੀਆ ਵਾਈ, ਐਨੀ ਗਾਰਲੈਂਡ, ਫੈਂਸੀ ਡੇ, ਗੈਬਰੀਅਲ ਓਕ ਤੇ ਜਿਊਡਾ ਜ਼ਿੰਦਗੀ ਦੀ ਇਹ ਸੋਹਰੀ ਸਕੀਮ ਬਾਰੇ ਹਾਰਡੀ ਨੂੰ ਦੱਸਦੇ ਰਹੇ। ਜੂਡ ਦਾ ਐਬਸਕਿਊਰ ਨਾਵਲ ਮੈਂ ਜਦੋਂ ਪੜ੍ਹਿਆ ਸੀ, ਬਹੁਤ ਉਦਾਸ ਹੋ ਕੇ ਆਖਣਾ ਚਾਹਿਆ ਸੀ, ਕਹਿ ਨਹੀਂ ਸੀ ਸਕੀ। ਬਸ ਅੱਖਾਂ ਭਰ ਕੇ ਕਿਤਾਬ ਦੇ ਕਵਰ ਤੇ ਹਾਰਡੀ ਦੀ ਤਸਵੀਰ ਵੱਲ ਵੇਖਦੀ ਰਹੀ ਸੀ। ਜੂਡ ਦੇ ਲੋਕਾਂ ਨੇ ਇਤਰਾਜ਼ ਕੀਤੇ ਸਨ ਉਸ ਵੇਲੇ ਤੇ 1-2 ਥਾਵਾਂ ਤੇ ਕਿਤਾਬਾਂ ਸਾੜੀਆਂ ਵੀ ਸਨ, ਸ਼ਾਇਦ ਇਸ ਲਈ ਕਿ ਜੂਡ ਵਿੱਚ ਹਾਰਡੀ ਉੱਥੇ ਪਹੁੰਚ ਗਿਆ ਸੀ ਜਿੱਥੇ ਲੋਕਾਂ ਨੇ ਅਜੇ ਬੜੇ ਵਰ੍ਹਿਆਂ ਨੂੰ ਪਹੁੰਚਣਾ ਸੀ, ਤੇ ਹਾਰਡੀ ਨੇ ਆਪਣੇ ਆਪ ਨਾਲ ਵਾਅਦਾ ਕਰ ਲਿਆ
ਹੋਰ ਨਾਵਲ ਨਹੀਂ ਲਿਖਾਂਗਾ। ਇਹ ਜ਼ੁਲਮ ਸਾਹਿਤ ਨਾਲੋਂ ਵੱਧ ਉਹਦਾ ਆਪਣੇ ਆਪ ਉੱਪਰ ਸੀ। ਉਸੇ ਹਾਰਡੀ ਦੇ ਘਰ ਅੱਗੇ ਮੈਂ ਅੱਜ ਖੜੀ ਸੀ। ਚਲੀਏ? ਹਰਚੰਦ ਨੇ ਪੁੱਛਿਆ। ਚੱਲਣਾ ਤਾਂ ਹੈ ਹੀ ਸੀ। ਬੱਦਲ, ਕਣੀਆਂ, ਜੰਗਲ, ਹਾਰਡੀ, ਟੈਸ, ਜੂਟ ਤੇ ਮੈਂ ਡੂੰਘਾ ਸਾਹ ਭਰਿਆ ਤੇ ਉੱਥੋਂ ਅਸੀਂ ਸਾਰੇ ਪਰਤ ਪਏ। ਕੁਝ ਦੂਰ ਜਾ ਕੇ ਮੁੜ ਪਰਤ ਕੇ ਹਾਰਡੀ ਦੇ ਘਰ ਵੱਲ ਵੇਖਿਆ। ਲੱਗਿਆ ਹੁਣੇ ਜਦੋਂ ਉਹ ਪਰਤ ਕੇ ਆਇਆ ਤਾਂ ਕੋਈ ਉਹਨੂੰ ਦੱਸੇਗਾ ਹਿੰਦੁਸਤਾਨ ਦੇ ਕੁਝ ਲੋਕ ਤੁਹਾਨੂੰ ਮਿਲਣ ਆਏ ਸੀ। ਹਜ਼ਾਰਾਂ ਯਾਤਰੀ ਉਹਦੇ ਘਰ ਆਉਂਦੇ ਨੇ, ਜਾਂਦੇ ਹੋਏ ਰਜਿਸਟਰ 'ਤੇ ਦਸਖਤ ਕਰ ਜਾਂਦੇ ਨੇ ਤੇ ਮੈਂ ਵੀ ਦਸਖਤ ਕਰ ਚੱਲੀ ਹਾਂ, ਤਾਂ ਜੋ ਇੱਧਰੋਂ ਲੰਘਣ ਵਾਲੇ ਦੇਖ ਸਕਣ ਕਿ ਹਾਰਡੀ ਭਾਵੇਂ 1929 'ਚ ਮਰ ਗਿਆ ਸੀ, ਪਰ ਉਹਦੀ ਟੈਸ ਤੇ ਜਿਊਡ ਅਜੇ ਜਿਉਂਦੇ ਨੇ, ਜਿਨ੍ਹਾਂ ਨੂੰ ਮਿਲਣ ਲੋਕ ਹਾਰਡੀ ਦੇ ਘਰ ਆਉਂਦੇ ਵੀ ਨੇ। ਡੋਰਚੈਸਟਰ ਤੋਂ ਆਉਣ ਲੱਗਿਆਂ ਕਹਾਣੀਕਾਰ ਸੁਆਣੀ ਨੇ ਇੱਕ ਸੈਂਟ ਦੀ ਸ਼ੀਸ਼ੀ ਇਹ ਆਖਦਿਆਂ ਦਿੱਤੀ ਕਿ ਜਦੋਂ ਲਾਇਆ ਕਰੋਗੇ ਯਾਦ ਤਾਂ ਕਰਿਆ। ਪਰ ਉਹਨੂੰ ਇਹ ਭੁਲੇਖਾ ਸੀ। ਉਹ ਉਂਝ ਹੀ ਯਾਦ ਰਹਿਣ ਵਾਲੀ ਔਰਤ ਸੀ। ਤੇ ਹਾਰਡੀ ਦੇ ਪਿੰਡ ਤੋਂ ਮੁੜੇ ਆਉਂਦਿਆਂ ਮੈਨੂੰ ਲੱਗਿਆ, ਹਾਰਡੀ ਜਿਹਨੂੰ ਡੈਸਟਨੀ ਆਖਦੇ, ਅਸੀਂ ਮੰਨੀਏ ਭਾਵੇਂ ਨਾ, ਹੈ ਜ਼ਰੂਰ। ਨਹੀਂ ਤਾਂ ਆਪਾਂ ਜਾਂਦੇ ਹੋਏ ਲੰਡਨ ਤੋਂ ਗੀਤਾ ਦਾ ਪਤਾ ਨਾ ਕਰ ਚੱਲੀਏ, ਮੈਂ ਰਾਹ 'ਚ ਹਰਚੰਦ ਨੂੰ ਆਖਿਆ। ਜਿਵੇਂ ਹੁਕਮ ਕਰੋ ਬੀਬੀ ਜੀ, ਹਰਚੰਦ ਨੇ ਸਟੀਅਰਿੰਗ ਤੋਂ ਹੱਥ ਚੁੱਕ ਕੇ ਡਰਾਈਵਰਾਂ ਵਾਂਗ ਸਲਾਮ ਮਾਰਦੇ ਨੇ ਮਜ਼ਾਕ ਨਾਲ ਕਿਹਾ। ਮਿਸਟਰ ਵਾਲੀਆ ਹੋਰਾਂ ਨੇ ਸ਼ਰਾਰਤ ਨਾਲ ਪੰਜਾਬੀ ਲੋਕ ਗੀਤਾਂ ਵਾਲਾ ਟੇਪ ਲਾਤਾ। ਚੰਦਰੇ ਡਰਾਈਵਰ ਨੂੰ ਮੈਂ ਜੀਜਾ ਨਹੀਂ ਕਹਿਣਾ, ਚੰਦਰੇ ਡਰਾਈਵਰ ਨੂੰ। ਸਾਰੇ ਹੱਸ ਪਏ, ਹਰਚੰਦ ਵੱਲ ਤੱਕਣ ਲੱਗੇ। ਸਹੁੰ ਮੈਨੂੰ ਬੜੇ ਮਹਾਰਾਜ ਦੀ, ਮੈਂ ਇਹਨਾਂ ਦਾ ਜੀਜਾ ਜੂਜਾ ਨਹੀਂ। ਹਰਚੰਦ ਨੇ ਗਿਲਾ ਕੀਤਾ ਤੇ ਸਿਰ ਖੁਰਕਣ ਲੱਗ ਪਿਆ। ਪਿੱਛੋਂ ਬੜੀ ਤੇਜ਼ੀ ਨਾਲ ਆ ਕੇ ਇੱਕ ਚਿੱਟੀ ਕਾਰ ਸਾਡੇ ਕੋਲੋਂ ਦੀ ਅੱਗੇ ਨਿਕਲ ਗਈ। ਹਰਚੰਦ ਨੇ ਵੀ ਐਕਸੀਲੇਟਰ ਦਬਾਇਆ ਤੇ ਕਾਰ ਤੇਜ਼ ਕਰ ਲਈ। ਪਲ ਨਾਲ ਦੋਵੇਂ ਕਾਰਾਂ ਬਰਾਬਰ ਚੱਲਣ ਲੱਗੀਆਂ। ਕਾਰ ਵਾਲੇ ਬੰਦੇ ਨੂੰ ਧਿਆਨ ਨਾਲ ਵੇਖ ਲਓ ਭੈਣ ਜੀ, ਹਰਚੰਦ ਬੋਲਿਆ। ਮੈਂ ਦੇਖਿਆ ਚੰਗਾ ਗੋਰਾ ਚਿੱਟਾ ਜਵਾਨ ਤੇ ਨਾਲ ਮੇਮ ਬੈਠੀ ਸੀ। ਉਹ ਸਾਡੇ ਵੱਲ ਕੌੜ ਕੇ ਝਾਕਿਆ ਤੇ ਕਾਰ ਬਹੁਤ ਤੇਜ਼ ਕਰਕੇ ਅੱਗੇ ਨਿਕਲ ਗਿਆ। ਇਹ ਪਟਿਆਲੇ ਦੇ ਧਰਮ ਸਿੰਘ ਦਰਜੀ ਦਾ ਮੁੰਡਾ ਹੈ। ਮੇਰੇ ਨਾਲ ਕਾਲਜ 'ਚ ਪੜ੍ਹਦਾ ਹੁੰਦਾ ਸੀ। ਸਾਲਾ ਆਪਣੇ ਆਪ ਨੂੰ ਇਟੈਲੀਅਨ ਦੱਸਦਾ, ਹਿੰਦੁਸਤਾਨੀ ਨਾਲ ਗੱਲ ਨਹੀਂ ਕਰਦਾ। ਇੱਕ ਦਿਨ ਰੇਲਵੇ ਸਟੇਸ਼ਨ 'ਤੇ ਮਿਲ ਗਿਆ। ਮੈਂ ਕਿਹਾ, ਸੁਣਾ ਗੁਰਬਚਨ, ਕੀ ਹਾਲ ਹੈ? ਬੋਲਿਆ, ਨੋ ਯੂ ਆਰ ਮਿਸਟੇਕਨ, ਆਈ ਐਮ ਗੋਲਡੀ। ਮੈਂ ਕਿਹਾ, ਫਿਰ ਤੈਨੂੰ ਪੰਜਾਬੀ ਕਿਵੇਂ ਸਮਝ ਆ ਗਈ? ਇਹ ਪਖੰਡ ਕਾਹਦੇ ਲਈ ਕਰਦਾ? ਫਿਰ ਉਹਨੇ ਮੈਨੂੰ ਅੱਖ ਮਾਰ ਕੇ ਮੇਮ ਤੋਂ ਜ਼ਰਾ ਪਰਾਂ ਕਰਕੇ ਬੋਲਿਆ, ਮੈਂ ਹਿੰਦੁਸਤਾਨ ਨੂੰ ਵੀ ਤੇ ਹਿੰਦੁਸਤਾਨੀਆਂ ਨੂੰ ਨਫ਼ਰਤ ਕਰਦਾ। ਦੇਖਦਾ ਨਹੀਂ ਸਾਰਿਆਂ ਨੇ ਕਿਵੇਂ ਬਦਨਾਮ ਕਰ ਛੱਡਿਆ ਦੇਸ਼ ਨੂੰ। ਰੋਜ਼ੀ ਨੂੰ ਮੈਂ ਨਹੀਂ ਦੱਸਿਆ ਕਿ ਮੈਂ ਵੀ ਹਿੰਦੁਸਤਾਨੀ ਹਾਂ। ਉਹਨੂੰ ਸਖਤ ਚਿੜ ਹੈ ਹਿੰਦੁਸਤਾਨੀਆਂ ਨਾਲ। ਸ਼ਿਵ ਦਿਆਲ ਹੈ ਨਾ, ਕਮਿਊਨਿਸਟ ਪਾਰਟੀ ਦਾ ਸੈਕਟਰੀ, ਉਹਨੇ ਆਪਣਾ ਭਰਾ ਵਿਜ਼ਿਟਰ ਕਰਕੇ ਸੱਦ ਲਿਆ ਇੱਥੇ ਤੇ ਆਖਿਆ ਜੇ ਇੱਥੇ ਰਹਿਣਾ ਤਾਂ ਕਿਸੇ ਅੰਗਰੇਜ਼ ਕੁੜੀ ਨੂੰ ਫਸਾ ਲੈ। ਰੋਜ਼ੀ ਉਹਦੀਆਂ ਗੱਲਾਂ 'ਚ ਆ ਗਈ। ਕਰ ਲੈਣਾ ਸੀ ਉਸ ਨਾਲ ਵਿਆਹ ਜੇ ਵੇਲੇ ਸਿਰ ਮੈਂ ਨਾ ਦੱਸਦਾ। ਫਿਰ ਉਹਦੇ ਵਾਪਸ ਜਾਣ ਵਿੱਚ ਦਿਨ ਰਹਿ ਗਏ ਸੀ ਥੋੜ੍ਹੇ। ਰੋਜ਼ੀ ਨੂੰ ਆਖੇ ਕਿ 100-200 ਪਾਉਂਡ ਲੈ ਕੇ ਮੇਰੇ ਨਾਲ ਵਿਆਹ ਕਰ ਲੈ, ਪਿੱਛੋਂ ਭਾਵੇਂ ਤਲਾਕ ਦੇ ਦੇ। ਇਹੋ ਜਿਹੇ ਤਾਂ ਸਾਡੇ ਬੰਦੇ ਨੇ, ਸਾਲੇ ਕੁੱਤੇ। ਇੰਨੇ ਨੂੰ ਰੋਜ਼ੀ ਨੇ ਉਹਨੂੰ ਆਵਾਜ਼ ਮਾਰ ਲਈ। ਗੱਡੀ ਦਾ ਵਕਤ ਹੋ ਗਿਆ ਸੀ। ਸੋ ਪਟਿਆਲੇ ਦੇ ਦਰਜੀ ਦਾ ਮੁੰਡਾ ਇੱਥੇ ਆ ਕੇ ਗਰੀਕ ਬਣ ਗਿਆ ਹੋਇਆ। ਪਰ ਅਸਲ ਗੱਲ ਇਹ ਨਹੀਂ। ਅਸਲ ਗੱਲ ਇਹ ਹੈ ਕਿ ਇੰਡੀਆ ਇਹਦਾ ਵਿਆਹ ਹੋਇਆ ਤੇ 2 ਬੱਚੇ ਵੀ ਨੇ ਤੇ ਇੱਥੇ ਰੋਜ਼ੀ ਨਾਲ ਵਿਆਹ ਕਰਵਾ ਲਿਆ। ਇਸੇ ਲਈ ਹਿੰਦੁਸਤਾਨੀ ਹੁਣੋਂ ਹੀ ਮੁੱਕਰ ਗਿਆ। ਪਰ ਪਤਾ ਤਾਂ ਲੱਗ ਜਾਂਦਾ ਹੋਣਾ ਹੈ ਕਿ ਇਹ ਗਰੀਕ ਨਹੀਂ। ਮੈਂ ਕਿਹਾ, ਆਖ ਦਿੱਤਾ ਹੋਊ ਵੀ ਮੇਰੀ ਮਾਂ ਗਰੀਕ ਸੀ ਤੇ ਪਿਓ ਹਿੰਦੁਸਤਾਨੀ। ਅਸਲ 'ਚ ਭੈਣ ਜੀ ਇੱਥੇ ਲੋਕ ਝੂਠ ਨਹੀਂ ਬੋਲਦੇ, ਇਸ ਕਰਕੇ ਜੋ ਤੁਸੀਂ ਆਖੋ ਤੇ ਇਤਬਾਰ ਕਰ ਲੈਂਦੇ ਨੇ। ਮਨ ਹੀ ਮਨ ਪਟਿਆਲੇ ਰਹਿੰਦੀ ਮੈਂ ਉਹਦੀ ਵਹੁਟੀ ਨੂੰ ਚਿਤਵਦੀ ਰਹੀ, ਜਿਹੜੀ ਉਡੀਕਦੀ ਹੋਏਗੀ ਕਿ ਕਦੇ ਮੇਰਾ ਆਦਮੀ ਮੇਰੇ ਬੱਚਿਆਂ ਦਾ ਪਿਓ ਘਰ ਪਰਤੇਗਾ ਜਾਂ ਸਾਨੂੰ ਆਪਣੇ ਕੋਲ ਸੱਦ ਲਏਗਾ। ਤੇ ਧੰਨਵਾਦ।